ਮੇਰਾ ਨਾਮ ਸੁਨੇਹਾ ਹੈ। ਮੈਂ ਇੱਕ ਬਹੁਤ ਹੀ ਅਮੀਰ ਪਰਿਵਾਰ ਨਾਲ ਸੰਬੰਧਿਤ ਸੀ। ਮੈਂ 4 ਭਰਾਵਾਂ ਦੀ ਇਕਲੌਤੀ ਭੈਣ ਸੀ। ਮੇਰੇ ਮਾਤਾ ਪਿਤਾ ਦਾ ਤਾਂ ਕਈ ਸਾਲ ਪਹਿਲਾਂ ਦੇਹਾਂਤ ਹੋ ਗਿਆ ਸੀ, ਪਰ ਮੇਰੇ 4 ਭਰਾਵਾਂ ਨੇ ਮੈਨੂੰ ਮਾਂ-ਬਾਪ ਦਾ ਪਿਆਰ ਦਿੱਤਾ। ਮੇਰੇ ਭਰਾਵਾਂ ਨੇ ਮੈਨੂੰ ਇੰਨੇ ਪਿਆਰ ਨਾਲ ਪਾਲਿਆ ਕਿ ਉਹਨਾਂ ਨੇ ਮੈਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ। ਮੈਂ ਜੋ ਵੀ ਮੰਗਿਆ ਉਹ ਮੈਨੂੰ ਸਮੇਂ ਤੋਂ ਪਹਿਲਾਂ ਮਿਲ ਗਿਆ। ਮੈਂ ਪਿੰਡ ਦੀ ਰਹਿਣ ਵਾਲੀ ਮਾਸੂਮ ਕੁੜੀ ਸੀ। ਮੇਰਾ ਵੱਡਾ ਭਰਾ ਪਿੰਡ ਦਾ ਸਰਪੰਚ ਸੀ ਅਤੇ 2 ਛੋਟੇ ਭਰਾ ਵਿਦੇਸ਼ ਪੜ੍ਹਨ ਗਏ ਹੋਏ ਸਨ, ਜਦਕਿ ਮੈਨੂੰ ਪੜ੍ਹਾਈ ਵਿੱਚ ਕੋਈ ਦਿਲਚਸਪੀ ਨਹੀਂ ਸੀ ਅਤੇ ਮੇਰਾ ਇੱਕ ਭਰਾ ਪਿੰਡ ਵਿੱਚ ਹੀ ਡਾਕਟਰ ਸੀ। ਮੇਰੀ ਜ਼ਿੰਦਗੀ ਬਹੁਤ ਵਧੀਆ ਅਤੇ ਖੁਸ਼ੀ ਨਾਲ ਚੱਲ ਰਹੀ ਸੀ। ਇੱਕ ਦਿਨ ਮੈਂ ਆਪਣੇ ਭਰਾ ਕੋਲੋਂ ਸਮਾਰਟਫੋਨ ਮੰਗਿਆ। ਮੈਂ ਅਕਸਰ ਲੋਕਾਂ ਨੂੰ ਦੇਖਦੀ ਹੁੰਦੀ ਸੀ, ਅੱਜ ਕੱਲ੍ਹ ਹਰ ਕਿਸੇ ਕੋਲ ਮੋਬਾਈਲ ਹੈ, ਮੁੰਡਾ ਹੋਵੇ ਜਾਂ ਕੁੜੀ, ਹਰ ਕੋਈ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ। ਲੋਕਾਂ ਨੂੰ ਦੇਖ ਕੇ ਮੈਂ ਵੀ ਮੋਬਾਈਲ ਵਰਤਣਾ ਚਾਹੁੰਦੀ ਸੀ, ਇਸ ਲਈ ਮੈਂ ਆਪਣੇ ਭਰਾ ਤੋਂ ਮੋਬਾਈਲ ਦੀ ਮੰਗ ਕੀਤੀ। ਮੇਰਾ ਵੱਡਾ ਭਰਾ ਨੇ ਮੈਨੂੰ ਤੁਰੰਤ ਇੱਕ ਨਵਾਂ ਸਮਾਰਟਫੋਨ ਦਿੱਤਾ। ਨਵਾਂ ਮੋਬਾਈਲ ਦੇਖ ਕੇ ਮੈਂ ਬਹੁਤ ਖੁਸ਼ ਹੋਈ। ਮੈਂ ਸੋਸ਼ਲ ਮੀਡੀਆ 'ਤੇ ਆਪਣਾ ਖਾਤਾ ਵੀ ਬਣਾ ਲਿਆ ਸੀ। ਮੈਂ ਆਪਣੀਆਂ ਚੰਗੀਆਂ ਫੋਟੋਆਂ ਕਲਿੱਕ ਕਰਦੀ ਸੀ। ਮੈਂ ਬਹੁਤ ਸੋਹਣੀ ਸੀ। ਜਦੋਂ ਮੈਂ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੀ ਤਾਂ ਬਹੁਤ ਸਾਰੇ ਕਮੈਂਟ ਅਤੇ ਲਾਈਕਸ ਆਉਣੇ ਸ਼ੁਰੂ ਹੋ ਗਏ। ਲੋਕ ਮੈਨੂੰ ਬਹੁਤ ਪਸੰਦ ਕਰਨ ਲੱਗੇ। ਇੱਕ ਦਿਨ ਅਭਿਸ਼ੇਕ ਨਾਂ ਦੇ ਲੜਕੇ ਨਾਲ ਸੋਸ਼ਲ ਮੀਡੀਆ 'ਤੇ ਗੱਲ ਕੀਤੀ। ਉਹ ਮੁੰਡਾ ਬਹੁਤ ਸਮਝਦਾਰ ਸੀ। ਉਸਨੇ ਮੈਨੂੰ ਸਮਝਾਇਆ ਕਿ ਤੁਹਾਨੂੰ ਆਪਣੀਆਂ ਫੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਅਪਲੋਡ ਨਹੀਂ ਕਰਨਾ ਚਾਹੀਦਾ। ਲੋਕ ਕੁੜੀਆਂ ਦੀਆਂ ਫੋਟੋਆਂ ਦਾ ਗਲਤ ਫਾਇਦਾ ਉਠਾਉਂਦੇ ਹਨ। ਉਦੋਂ ਮੈਂ ਸੋਸ਼ਲ ਮੀਡੀਆ ਤੋਂ ਆਪਣੀਆਂ ਸਾਰੀਆਂ ਫੋਟੋਆਂ ਡਿਲੀਟ ਕਰ ਦਿੱਤੀਆਂ ਸਨ। ਹੌਲੀ-ਹੌਲੀ ਅਭਿਸ਼ੇਕ ਨਾਲ ਮੇਰੀ ਦੋਸਤੀ ਵਧਣ ਲੱਗੀ ਅਤੇ ਸਾਡੀ ਦੋਸਤੀ ਜਲਦੀ ਹੀ ਪਿਆਰ ਵਿੱਚ ਬਦਲ ਗਈ। ਸਾਨੂੰ ਇਸ ਦਾ ਅਹਿਸਾਸ ਵੀ ਨਹੀਂ ਹੋਇਆ। ਮੈਂ ਰੋਜ਼ਾਨਾ ਅਭਿਸ਼ੇਕ ਨਾਲ ਫੋਨ 'ਤੇ ਗੱਲ ਕਰਦੀ ਸੀ। ਮੈਂ ਪਿੰਡ ਦੀ ਕੁੜੀ ਸੀ ਤੇ ਅਭਿਸ਼ੇਕ ਸ਼ਹਿਰ ਦਾ ਮੁੰਡਾ। ਅਭਿਸ਼ੇਕ ਮੈਨੂੰ ਬਹੁਤ ਪਿਆਰ ਕਰਨ ਲੱਗਾ ਅਤੇ ਮੈਂ ਵੀ ਅਭਿਸ਼ੇਕ ਨੂੰ ਬਹੁਤ ਪਿਆਰ ਕਰਨ ਲੱਗੀ। ਅਸੀਂ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਡੁੱਬ ਰਹੇ ਸੀ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਮੇਰੇ ਭਰਾ ਨੇ ਪਿੰਡ ਦੇ ਵਕੀਲ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ, ਪਰ ਮੈਨੂੰ ਅਭਿਸ਼ੇਕ ਨਾਲ ਪਿਆਰ ਸੀ। ਫਿਰ ਮੈਂ ਕਿਸੇ ਹੋਰ ਨਾਲ ਵਿਆਹ ਕਿਵੇਂ ਕਰ ਸਕਦੀ ਸੀ। ਮੈਂ ਆਪਣੀ ਭਾਬੀ ਨੂੰ ਆਪਣੇ ਬਾਰੇ ਦੱਸਿਆ ਸੀ ਅਤੇ ਇਹ ਵੀ ਦੱਸਿਆ ਸੀ ਕਿ ਅਭਿਸ਼ੇਕ ਨਾਲ ਮੇਰੀ ਗੱਲਬਾਤ ਕਿਵੇਂ ਸ਼ੁਰੂ ਹੋਈ ਸੀ। ਜਦੋਂ ਭਰਜਾਈ ਨੇ ਭਰਾ ਨੂੰ ਕਿਹਾ ਕਿ ਹਾਂ, ਉਹ ਇੱਕ ਲੜਕੇ ਨੂੰ ਪਿਆਰ ਕਰਦੀ ਹੈ ਅਤੇ ਉਸ ਮੁੰਡੇ ਨੇ ਉਸ ਨਾਲ ਸੋਸ਼ਲ ਮੀਡੀਆ 'ਤੇ ਗੱਲ ਕੀਤੀ, ਭਰਾ ਨੇ ਮੇਰੇ ਹੱਥੋਂ ਮੋਬਾਈਲ ਖੋਹ ਲਿਆ। ਉਸ ਨੇ ਕਿਹਾ, ਇਸ ਮੁੰਡੇ ਨਾਲ ਗੱਲ ਕਰਨਾ ਬੰਦ ਕਰ ਦੇ। ਤੁਸੀਂ ਅਜੇ ਲੋਕਾਂ ਪਿੱਛੇ ਨਾ ਲੱਗੋ। ਅਜੇ ਲੋਕ ਹਮੇਸ਼ਾ ਧੋਖਾ ਦਿੰਦੇ ਹਨ। ਸੋਸ਼ਲ ਮੀਡੀਆ 'ਤੇ ਰਹਿਣ ਵਾਲੇ ਜ਼ਿਆਦਾਤਰ ਮੁੰਡੇ ਕੁੜੀਆਂ ਨੂੰ ਆਪਣੇ ਪਿਆਰ 'ਚ ਫਸਾ ਕੇ ਧੋਖਾ ਦਿੰਦੇ ਹਨ, ਪਰ ਅਭਿਸ਼ੇਕ ਅਜਿਹਾ ਲੜਕਾ ਨਹੀਂ ਸੀ। ਮੈਂ ਆਪਣੇ ਭਰਾ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ। ਭਰਾ ਚਾਹੁੰਦਾ ਸੀ ਕਿ ਮੈਂ ਅਭਿਸ਼ੇਕ ਨੂੰ ਭੁੱਲ ਜਾਵਾਂ, ਪਰ ਮੈਂ ਅਜਿਹਾ ਨਹੀਂ ਕਰ ਸਕਦੀ ਸੀ। ਜਦੋਂ ਮੈਂ ਇਸ ਬਾਰੇ ਅਭਿਸ਼ੇਕ ਨੂੰ ਦੱਸਿਆ ਤਾਂ ਉਸ ਨੇ ਮੈਨੂੰ ਕਿਹਾ, ਘਰੋਂ ਭੱਜ ਚੱਲ, ਮੈਂ ਤੈਨੂੰ ਕਿਸੇ ਹੋਰ ਦਾ ਹੁੰਦੇ ਨਹੀਂ ਦੇਖ ਸਕਦਾ। ਭਰਾ ਨੇ ਮੈਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਉਸ ਦੀ ਇੱਕ ਨਾ ਸੁਣੀ ਅਤੇ ਇੱਕ ਦਿਨ ਰਾਤ ਦੇ ਹਨੇਰੇ ਵਿੱਚ ਘਰੋਂ ਭੱਜ ਗਈ। ਰਾਤ ਦੇ ਹਨੇਰੇ 'ਚ ਇਸ ਕਰਕੇ ਮੈਂ ਆਪਣੇ ਘਰ ਤੋਂ ਚੋਰੀ ਛਿਪੇ ਭੱਜੀ ਤਾਂ ਕੋਈ ਮੈਨੂੰ ਦੇਖ ਨਾ ਸਕੇ ਅਤੇ ਅਭਿਸ਼ੇਕ ਦੇ ਦੱਸੇ ਪਤੇ 'ਤੇ ਚਲੀ ਗਈ। ਜਦੋਂ ਮੈਂ ਪਹਿਲੀ ਵਾਰ ਅਭਿਸ਼ੇਕ ਨੂੰ ਮਿਲੀ ਤਾਂ ਮੈਂ ਬਹੁਤ ਖੁਸ਼ ਸੀ, ਕਿਉਂਕਿ ਅਭਿਸ਼ੇਕ ਨੂੰ ਪਹਿਲੀ ਵਾਰ ਦੇਖਿਆ ਸੀ। ਮੈਨੂੰ ਦੇਖ ਕੇ ਅਭਿਸ਼ੇਕ ਵੀ ਬਹੁਤ ਖੁਸ਼ ਹੋ ਗਿਆ। ਅਭਿਸ਼ੇਕ ਦੇ ਪਰਿਵਾਰ ਵਿੱਚ ਕੋਈ ਨਹੀਂ ਸੀ ਅਤੇ ਅਭਿਸ਼ੇਕ ਸ਼ਹਿਰ 'ਚ ਰਹਿੰਦਾ ਸੀ। ਉਸ ਨੇ ਮੈਨੂੰ ਵੀ ਉੱਥੇ ਆਪਣੇ ਕੋਲ ਰੱਖਿਆ ਹੋਇਆ ਸੀ। ਅਭਿਸ਼ੇਕ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਅਸੀਂ ਦੋਹਾਂ ਨੇ ਅਦਾਲਤ ਵਿੱਚ ਵਿਆਹ ਕਰਵਾ ਲਿਆ। ਉਸ ਤੋਂ ਬਾਅਦ ਅਸੀਂ ਦੋਵੇਂ ਪਤੀ ਪਤਨੀ ਬਣ ਗਏ ਅਤੇ ਸਾਡੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਅਭਿਸ਼ੇਕ ਬਹੁਤ ਮਿਹਨਤੀ ਲੜਕਾ ਸੀ। ਉਹ ਆਪਣਾ ਕੰਮ ਬੜੀ ਮਿਹਨਤ ਨਾਲ ਕਰਦਾ ਸੀ। ਮੈਂ ਅਭਿਸ਼ੇਕ ਨਾਲ ਆਪਣੀ ਜ਼ਿੰਦਗੀ ਬਤੀਤ ਕਰਕੇ ਬਹੁਤ ਖੁਸ਼ ਸੀ। ਮੈਂ ਆਪਣੇ ਘਰੋਂ ਭੱਜ ਗਈ। ਮੇਰੇ ਭਰਾਵਾਂ ਨੇ ਜ਼ਰੂਰ ਮੈਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪਿਆ। ਮੈਂ ਆਪਣੇ ਪਤੀ ਨਾਲ ਬਹੁਤ ਖੁਸ਼ ਸੀ। ਜੇਕਰ ਮੈਂ ਆਪਣਾ ਘਰ ਨਾ ਛੱਡਿਆ ਹੁੰਦਾ ਤਾਂ ਮੇਰੇ ਭਰਾ ਨੇ ਮੇਰਾ ਵਿਆਹ ਕਿਤੇ ਹੋਰ ਕਰਵਾ ਦਿੱਤਾ ਹੁੰਦਾ ਅਤੇ ਮੈਂ ਅਭਿਸ਼ੇਕ ਤੋਂ ਵੱਖ ਨਹੀਂ ਹੋਣਾ ਚਾਹੁੰਦੀ ਸੀ। ਮੈਨੂੰ ਅਭਿਸ਼ੇਕ ਨਾਲ ਇੰਨਾ ਪਿਆਰ ਹੋ ਗਿਆ ਕਿ ਮੈਂ ਉਸ ਦੇ ਪਿਆਰ 'ਚ ਪਾਗਲ ਹੋ ਗਈ। ਅਭਿਸ਼ੇਕ ਮੇਰੀਆਂ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਦਾ ਸੀ। ਉਸ ਨੂੰ ਅਹਿਸਾਸ ਸੀ ਕਿ ਮੈਂ ਉਸ ਦੀ ਖਾਤਰ ਸਭ ਕੁਝ ਛੱਡ ਦਿੱਤਾ ਸੀ। ਮੈਨੂੰ ਆਪਣੀ ਜ਼ਿੰਦਗੀ ਦਾ ਇਹ ਫੈਸਲਾ ਲੈਣ 'ਤੇ ਕਦੇ ਪਛਤਾਵਾ ਨਹੀਂ ਹੋਇਆ, ਪਰ ਇੱਕ ਦਿਨ ਮੇਰੇ ਨਾਲ ਕੁਝ ਅਜਿਹਾ ਹੋਇਆ ਜਿਸ ਬਾਰੇ ਮੈਂ ਕਦੇ ਸੋਚਿਆ ਵੀ ਨਹੀਂ ਸੀ। ਮੇਰੀ ਖੁਸ਼ੀ ਨੂੰ ਅਚਾਨਕ ਕਿਸੇ ਦੀ ਨਜ਼ਰ ਲੱਗ ਗਈ। ਇੱਕ ਦਿਨ ਮੈਨੂੰ ਫੋਨ ਆਇਆ ਕਿ ਤੁਹਾਡੇ ਪਤੀ ਦਾ ਐਕਸੀਡੈਂਟ ਹੋ ਗਿਆ ਹੈ।
ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ। ਜਦੋਂ ਮੈਂ ਹਸਪਤਾਲ ਪਹੁੰਚੀ ਤਾਂ ਦੇਖਿਆ ਕਿ ਮੇਰੇ ਪਤੀ ਦੀ ਮੌਤ ਹੋ ਗਈ ਸੀ, ਜਿਸ ਦਾ ਮਤਲਬ ਹੈ ਕਿ ਮੇਰੀ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਸੀ, ਜਿਸ ਲਈ ਮੈਂ ਪਿੰਡ ਤੋਂ ਸ਼ਹਿਰ ਆਈ ਸੀ। ਅੱਜ ਉਹ ਮੈਨੂੰ ਇਸ ਦੁਨੀਆ ਵਿੱਚ ਇਕੱਲਾ ਛੱਡ ਗਿਆ। ਰੋਣ ਕਾਰਨ ਮੇਰਾ ਬੁਰਾ ਹਾਲ ਸੀ। ਮੈਂ ਆਪਣੇ ਪਤੀ ਦਾ ਅੰਤਿਮ ਸੰਸਕਾਰ ਕੀਤਾ। ਮੇਰੇ ਪਤੀ ਦਾ ਇਸ ਸੰਸਾਰ ਵਿੱਚ ਕੋਈ ਹੋਰ ਨਹੀਂ ਸੀ ਅਤੇ ਹੁਣ ਮੇਰਾ ਵੀ ਇਸ ਸੰਸਾਰ ਵਿੱਚ ਮੇਰੇ ਪਤੀ ਤੋਂ ਇਲਾਵਾ ਕੋਈ ਨਹੀਂ ਸੀ ਅਤੇ ਉਹ ਵੀ ਮੈਨੂੰ ਛੱਡ ਗਿਆ ਸੀ। ਹੁਣ ਮੈਂ ਪੂਰੀ ਤਰ੍ਹਾਂ ਇਕੱਲੀ ਰਹਿ ਗਈ ਸੀ। ਮੈਂ ਬਹੁਤ ਪੜ੍ਹੀ ਲਿਖੀ ਨਹੀਂ ਸੀ ਅਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਅਜਿਹਾ ਕੁਝ ਹੋ ਸਕਦਾ ਹੈ। ਮੇਰੇ ਸਾਰੇ ਪਹਿਚਾਣ ਪੱਤਰ ਮੇਰੇ ਭਰਾਵਾਂ ਦੇ ਘਰ ਮੌਜੂਦ ਸਨ। ਮੈਨੂੰ ਨੌਕਰੀ ਵੀ ਨਹੀਂ ਮਿਲ ਸਕੀ ਕਿਉਂਕਿ ਮੇਰੇ ਕੋਲ ਆਪਣੀ ਪਛਾਣ ਦਾ ਕੋਈ ਸਬੂਤ ਨਹੀਂ ਸੀ, ਕਿਉਂਕਿ ਮੇਰੇ ਵਿਆਹ ਨੂੰ ਸਿਰਫ 2 ਮਹੀਨੇ ਹੀ ਹੋਏ ਸਨ। ਅਭਿਸ਼ੇਕ ਦੀ ਮੌਤ ਤੋਂ ਬਾਅਦ ਜਦੋਂ ਮੈਂ ਆਪਣੇ ਭਰਾਵਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਸਾਫ਼ ਇਨਕਾਰ ਕਰ ਦਿੱਤਾ ਕਿ ਤੁਸੀਂ ਸਾਡੇ ਲਈ ਮਰ ਗਏ ਹੋ ਤੇ ਹੁਣ ਤੈਨੂੰ ਸਾਡੇ ਘਰ ਆਉਣ ਦੀ ਕੋਈ ਲੋੜ ਨਹੀਂ ਤੇ ਅਸੀਂ ਸਾਰੇ ਪਿੰਡ ਵਿੱਚ ਖਬਰ ਫੈਲਾ ਦਿੱਤੀ ਹੈ ਕਿ ਤੂੰ ਮਰ ਗਈ ਹੈ। ਅਸੀਂ ਕਿਸੇ ਦੀ ਨਕਲੀ ਲਾਸ਼ ਲੈ ਕੇ ਆਏ ਅਤੇ ਕਿਹਾ ਕਿ ਇਹ ਤੁਸੀਂ ਸੀ ਅਤੇ ਤੁਹਾਡਾ ਦੁਰਘਟਨਾ ਵਿੱਚ ਮੌਤ ਹੋ ਗਈ ਸੀ। ਹਾਲਾਂਕਿ ਮੈਨੂੰ ਪਤਾ ਸੀ ਕਿ ਮੈਨੂੰ ਮੇਰੇ ਭਰਾਵਾਂ ਤੋਂ ਇਹੀ ਜਵਾਬ ਮਿਲੇਗਾ, ਪਰ ਮੈਂ ਹੁਣ ਆਪਣੀ ਜ਼ਿੰਦਗੀ ਕਿਵੇਂ ਜੀਵਾਂਗੀ। ਮੇਰੇ ਉੱਤੇ ਮੁਸੀਬਤਾਂ ਦੇ ਪਹਾੜ ਡਿੱਗ ਪਏ ਸਨ। ਅਭਿਸ਼ੇਕ ਦੀ ਮੌਤ ਨੂੰ 1 ਮਹੀਨਾ ਹੋ ਗਿਆ ਸੀ। ਕੁਝ ਦਿਨਾਂ ਤੱਕ ਆਂਢ ਗੁਆਂਢ ਦੇ ਲੋਕ ਮੇਰੀ ਮਦਦ ਕਰਦੇ ਰਹੇ, ਪਰ ਕਦੋਂ ਤੱਕ ਕੋਈ ਦੂਜਿਆਂ ਦੀ ਮਦਦ ਕਰ ਸਕਦਾ ਹੈ। ਮੈਂ ਘਰ ਦਾ ਕੁਝ ਸਮਾਨ ਵੇਚ ਕੇ ਰੋਜੀ ਰੋਟੀ ਕਮਾਉਂਦੀ ਸੀ, ਪਰ ਮਕਾਨ ਮਾਲਕ ਨੇ ਕਿਰਾਇਆ ਨਾ ਦੇਣ ਕਾਰਨ ਮੈਨੂੰ ਘਰੋਂ ਕੱਢ ਦਿੱਤਾ। ਹੁਣ ਮੇਰੇ ਕੋਲ ਵੇਚਣ ਲਈ ਕੁਝ ਨਹੀਂ ਬਚਿਆ ਸੀ। ਮੈਨੂੰ ਬਹੁਤ ਚਿੰਤਾ ਹੋਣ ਲੱਗੀ। ਇੰਨੇ ਮਾੜੇ ਦਿਨ ਆ ਗਏ ਕਿ ਮੈਂ ਸੜਕਾਂ ਤੇ ਭੀਖ ਮੰਗਣ ਲੱਗ ਪਈ। ਜੇ ਕੋਈ ਮੈਨੂੰ ਭੋਜਨ ਦਿੰਦਾ ਤਾਂ ਮੈਂ ਖਾ ਲੈਂਦੀ, ਨਹੀਂ ਤਾਂ ਮੈਂ ਭੁੱਖੀ ਹੀ ਘੁੰਮਦੀ ਰਹਿੰਦੀ। ਮੇਰੀ ਜ਼ਿੰਦਗੀ ਬੁਰੀ ਤਰ੍ਹਾਂ ਬਦਤਰ ਹੁੰਦੀ ਜਾ ਰਹੀ ਸੀ। ਇੱਕ ਦਿਨ ਵਿੱਚ ਮੈਂ ਸੜਕ ਕਿਨਾਰੇ ਬੈਠੀ ਭੀਖ ਮੰਗ ਰਹੀ ਸੀ। ਮੇਰੇ ਕੋਲ ਰਹਿਣ ਲਈ ਵੀ ਕੋਈ ਥਾਂ ਨਹੀਂ ਸੀ, ਇਸੇ ਲਈ ਮੈਂ ਆਪਣੇ ਦਿਨ ਰਾਤ ਸੜਕਾਂ ਤੇ ਬੈਠ ਕੇ ਗੁਜ਼ਾਰਦੀ ਸੀ। ਉਸ ਦਿਨ ਇੱਕ ਆਦਮੀ ਨੇ ਮੈਨੂੰ ਦਾਨ ਦਿੱਤਾ। ਮੈਂ ਭੁੱਖ ਨਾਲ ਮਰਨ ਵਾਲੀ ਸੀ। ਮੈਂ ਉਸ ਆਦਮੀ ਦੇ ਪੈਰ ਫੜ ਲਏ। ਮੈਂ ਕਹਿਣ ਲੱਗੀ ਕਿ ਜਨਾਬ, ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਧਾ, ਕਿਰਪਾ ਕਰਕੇ ਮੈਨੂੰ ਖਾਣ ਲਈ ਕੁਝ ਦਿਓ। ਮੈਂ ਬਹੁਤ ਚਿੰਤਤ ਹਾਂ। ਮੇਰੇ ਕੋਲ ਰਹਿਣ ਲਈ ਵੀ ਜਗ੍ਹਾ ਨਹੀਂ ਹੈ। ਜਿੱਥੇ ਮੈਂ ਰਹਿੰਦੀ ਸੀ ਉਸ ਥਾਂ ਦੇ ਮਕਾਨ ਮਾਲਕ ਨੇ ਮੈਨੂੰ ਘਰੋਂ ਕੱਢ ਦਿੱਤਾ। ਮੈਂ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਸੁੱਕੀ ਰੋਟੀ ਖਾ ਕੇ ਗੁਜ਼ਾਰਾ ਕਰਦੀ ਸੀ। ਹੁਣ ਤਾਂ ਘਰ ਦੀ ਸੁੱਕੀ ਰੋਟੀ ਵੀ ਮੁੱਕ ਗਈ ਸੀ, ਇਸ ਲਈ ਮੈਂ ਸੜਕਾਂ ਤੇ ਭੀਖ ਮੰਗਣਾ ਸ਼ੁਰੂ ਕਰ ਦਿੱਤਾ। ਕਿਰਪਾ ਕਰਕੇ ਜਨਾਬ, ਮੈਨੂੰ ਖਾਣ ਲਈ ਕੁਝ ਦਿਓ, ਨਹੀਂ ਤਾਂ ਮੈਂ ਭੁੱਖੀ ਮਰ ਜਾਵਾਂਗੀ। ਆਦਮੀ ਨੇ ਮੈਨੂੰ ਪੁੱਛਿਆ, ਕੀ ਤੁਸੀਂ ਮੇਰੇ ਘਰ ਆ ਸਕਦੇ ਹੋ? ਇਹ ਸੁਣ ਕੇ ਮੈਂ ਹੈਰਾਨ ਰਹਿ ਗਈ। ਉਸ ਨੇ ਮੈਨੂੰ ਦੱਸਿਆ ਕਿ ਇਹ ਮੇਰੀ ਬੇਬਸੀ ਸੀ। ਮੇਰੀ ਪਤਨੀ ਮਰ ਚੁੱਕੀ ਸੀ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਬੱਚੇ ਦੀ ਪਰਵਰਿਸ਼ ਕਰੋ। ਮੇਰਾ ਇੱਕ ਪੁੱਤਰ ਹੈ ਜਿਸ ਦੀ ਉਮਰ 4 ਸਾਲ ਹੈ। ਜੇ ਤੁਸੀਂ ਉਸ ਦੀ ਦੇਖਭਾਲ ਕਰ ਸਕਦੇ ਹੋ ਤਾਂ ਮੈਂ ਤੁਹਾਨੂੰ ਘਰ ਵਿੱਚ ਖਾਣ ਪੀਣ ਲਈ ਸਭ ਕੁਝ ਦੇ ਦਿਆਂਗਾ ਅਤੇ ਤੁਹਾਡੀ ਜ਼ਿੰਦਗੀ ਵੀ ਵਧੀਆ ਹੋ ਜਾਵੇਗੀ। ਵੈਸੇ ਵੀ ਮੇਰੀ ਜ਼ਿੰਦਗੀ ਬਹੁਤ ਖਰਾਬ ਹੋ ਗਈ ਸੀ। ਮੇਰੇ ਕੋਲ ਰਹਿਣ ਲਈ ਵੀ ਕੋਈ ਥਾਂ ਨਹੀਂ ਸੀ। ਮਕਾਨ ਮਾਲਕ ਨੇ ਵੀ ਮੈਨੂੰ ਘਰੋਂ ਕੱਢ ਦਿੱਤਾ ਸੀ। ਹੁਣ ਮੈਂ ਘਰ ਘਰ ਠੋਕਰ ਖਾ ਰਹੀ ਸੀ। ਇਹ ਸਭ ਸੋਚ ਕੇ ਮੈਂ ਉਸ ਆਦਮੀ ਨਾਲ ਜਾਣ ਲਈ ਤਿਆਰ ਹੋ ਗਈ। ਵੈਸੇ ਵੀ ਉਸ ਸਮੇਂ ਮੈਨੂੰ ਖਾਣ ਤੋਂ ਸਿਵਾਏ ਕੁਝ ਨਜ਼ਰ ਨਹੀਂ ਆਉਂਦਾ ਸੀ, ਇਸ ਲਈ ਮੈਂ ਝੱਟ ਮੰਨ ਗਈ ਅਤੇ ਉਸ ਆਦਮੀ ਦੇ ਨਾਲ ਉਸ ਦੇ ਘਰ ਚਲੀ ਗਈ। ਜਦੋਂ ਮੈਂ ਉਸ ਦੇ ਨਾਲ ਗਈ ਤਾਂ ਉਸ ਦਾ ਘਰ ਬਹੁਤ ਵੱਡਾ ਸੀ ਅਤੇ ਉਹ ਬਹੁਤ ਅਮੀਰ ਆਦਮੀ ਸੀ। ਉਸ ਦੇ ਘਰ ਉਸ ਤੋਂ ਬਿਨਾਂ ਕੋਈ ਨਹੀਂ ਸੀ, ਸਿਰਫ ਇੱਕ ਛੋਟਾ ਬੱਚਾ ਸੀ ਜਿਸ ਦੀ ਉਮਰ 4 ਸਾਲ ਸੀ। ਉਸ ਆਦਮੀ ਨੇ ਮੈਨੂੰ ਖਾਣਾ ਖਵਾਇਆ ਅਤੇ ਕਿਹਾ ਕਿ ਤੁਸੀਂ ਪੇਟ ਭਰ ਕੇ ਆਰਾਮ ਨਾਲ ਖਾ ਸਕਦੇ ਹੋ। ਪਹਿਲਾਂ ਮੈਂ ਆਪਣੇ ਦਿਲ ਦੀ ਸੰਤੁਸ਼ਟੀ ਲਈ ਖਾਧਾ। ਮੈਨੂੰ ਦੇਖ ਕੇ ਉਸ ਆਦਮੀ ਨੂੰ ਵੀ ਇਹ ਅਹਿਸਾਸ ਹੋਇਆ ਕਿ ਮੈਨੂੰ ਬਹੁਤ ਭੁੱਖ ਲੱਗੀ ਹੈ, ਇਸ ਲਈ ਉਸਨੇ ਮੈਨੂੰ ਕੋਈ ਸਵਾਲ ਨਹੀਂ ਪੁੱਛਿਆ। ਖਾਣਾ ਖਾਣ ਤੋਂ ਬਾਅਦ ਉਸਨੇ ਮੈਨੂੰ ਪੁੱਛਿਆ ਕਿ ਹੁਣ ਦੱਸੋ ਤੁਸੀਂ ਕੌਣ ਹੋ? ਮੈਨੂੰ ਆਪਣੇ ਬਾਰੇ ਸਭ ਕੁਝ ਦੱਸੋ। ਮੇਰਾ ਅਤੀਤ ਮੇਰੀਆਂ ਅੱਖਾਂ ਅੱਗੇ ਚਮਕ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਇਸ ਆਦਮੀ ਨੂੰ ਆਪਣੇ ਅਤੀਤ ਬਾਰੇ ਕਿਵੇਂ ਦੱਸਾਂ ਅਤੇ ਕੀ ਦੱਸਾਂ ਕਿ ਮੈਂ ਕੌਣ ਹਾਂ। ਪਰ ਜੇ ਤੁਸੀਂ ਮੈਨੂੰ ਆਪਣੇ ਬਾਰੇ ਦੱਸੋ ਤਾਂ ਮੈਂ ਤੁਹਾਡੇ ਰਹਿਣ ਦਾ ਪ੍ਰਬੰਧ ਵੀ ਕਰ ਦੇਵਾਂਗਾ। ਤੁਸੀਂ ਇਸ ਘਰ ਵਿੱਚ ਆਰਾਮ ਨਾਲ ਰਹਿ ਸਕਦੇ ਹੋ। ਇੱਥੇ ਤੁਹਾਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਲਈ ਇਸ ਘਰ ਵਿੱਚ ਮੈਂ ਅਤੇ ਸਿਰਫ ਮੇਰਾ ਪੁੱਤਰ ਹੀ ਰਹਿੰਦਾ ਹੈ, ਹੋਰ ਕੋਈ ਨਹੀਂ ਰਹਿੰਦਾ। ਘਰ ਵਿੱਚ ਕੰਮ ਕਰਨ ਲਈ ਨੌਕਰ ਵੀ ਰੱਖੇ ਹੋਏ ਹਨ। ਮੈਂ ਉਸ ਨੂੰ ਦੱਸਿਆ ਕਿ ਮੇਰਾ ਨਾਮ ਸਨੇਹਾ ਹੈ ਅਤੇ ਮੈਂ ਇੱਕ ਬਹੁਤ ਹੀ ਅਮੀਰ ਪਰਿਵਾਰ ਦੀ ਧੀ ਹਾਂ। ਮੇਰੇ 4 ਭਰਾ ਹਨ। ਮੈਂ ਆਪਣੇ 4 ਭਰਾਵਾਂ ਦੀ ਇਕਲੌਤੀ ਭੈਣ ਸੀ ਅਤੇ ਪਿੰਡ ਦੀ ਰਹਿਣ ਵਾਲੀ ਸੀ। ਮੈਨੂੰ ਸੋਸ਼ਲ ਮੀਡੀਆ ਤੇ ਇੱਕ ਮੁੰਡੇ
ਨਾਲ ਪਿਆਰ ਹੋ ਗਿਆ। ਉਸ ਦੀ ਖਾਤਰ ਹੀ ਮੈਂ ਆਪਣੇ ਪਿੰਡ ਛੱਡ ਕੇ ਇੱਥੇ ਆ ਗਈ ਸੀ। ਇੱਥੇ ਆਉਣ ਤੋਂ ਬਾਅਦ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਸੀ। ਫਿਰ ਇੱਕ ਦਿਨ ਮੇਰੇ ਪਤੀ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਅਤੇ ਮੇਰੇ ਤੇ ਮੁਸ਼ਕਲਾਂ ਦੇ ਪਹਾੜ ਡਿੱਗ ਪਏ ਅਤੇ ਮੇਰੀਆਂ ਮਜਬੂਰੀਆਂ ਨੇ ਮੈਨੂੰ ਸੜਕ ਕਿਨਾਰੇ ਭੀਖ ਮੰਗਣ ਲਈ ਮਜਬੂਰ ਕਰ ਦਿੱਤਾ। ਮੈਂ 2 ਦਿਨਾਂ ਤੋਂ ਕੁਝ ਨਹੀਂ ਖਾਧਾ ਸੀ, ਇਸੇ ਲਈ ਮੈਂ ਤੁਹਾਡੇ ਪੈਰੀਂ ਪੈ ਕੇ ਪੈਸੇ ਦੀ ਭੀਖ ਮੰਗ ਰਹੀ ਸੀ। ਜੇ ਤੁਸੀਂ ਮੇਰੀ ਮਦਦ ਨਾ ਕੀਤੀ ਹੁੰਦੀ ਤਾਂ ਮੈਂ ਭੁੱਖੀ ਮਰ ਜਾਂਦੀ। ਉਸ ਆਦਮੀ ਨੇ ਕਿਹਾ ਕਿ ਤੁਸੀਂ ਮੇਰੇ ਲਈ ਮੇਰੀ ਭੈਣ ਵਾਂਗ ਹੋ, ਤੁਸੀਂ ਮੇਰੇ ਘਰ ਆਰਾਮ ਨਾਲ ਰਹਿ ਸਕਦੇ ਹੋ, ਪਰ ਬਦਲੇ ਵਿੱਚ ਤੁਹਾਨੂੰ ਮੇਰੇ ਪੁੱਤਰ ਦੀ ਪਾਲਣ ਪੋਸ਼ਣ ਚੰਗੀ ਤਰ੍ਹਾਂ ਕਰਨਾ ਪਵੇਗਾ। ਮੈਂ ਤੁਹਾਨੂੰ ਖੁਸ਼ ਰੱਖਾਂਗਾ। ਮੇਰੀ ਪਤਨੀ ਮਰ ਚੁੱਕੀ ਹੈ ਅਤੇ ਇਸ ਲਈ ਮੈਨੂੰ ਮੇਰੇ ਬੇਟੇ ਦੀ ਪਾਲਣ ਪੋਸ਼ਣ ਲਈ ਇੱਕ ਅਜਿਹੀ ਕੁੜੀ ਚਾਹੀਦੀ ਹੈ ਜੋ ਮੇਰੇ ਪੁੱਤਰ ਨੂੰ ਮਾਂ ਦੇ ਰੂਪ ਵਿੱਚ ਪਾਲ ਸਕੇ। ਉਸਨੇ ਮੈਨੂੰ ਆਪਣੇ ਬੇਟੇ ਨਾਲ ਮਿਲਾਇਆ ਅਤੇ ਕਿਹਾ, ਇਹ ਮੇਰਾ ਪੁੱਤਰ ਹੈ ਅਤੇ ਉਸ ਦਾ ਨਾਮ ਵੰਸ਼ ਹੈ। ਉਸ ਦੇ ਜਨਮ ਤੋਂ ਤੁਰੰਤ ਬਾਅਦ ਉਸ ਦੀ ਮਾਂ ਉਸ ਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਮੈਂ ਉਸ ਆਦਮੀ ਦੇ ਪੁੱਤਰ ਨੂੰ ਆਪਣੀ ਗੋਦ ਵਿੱਚ ਲੈ ਲਿਆ ਅਤੇ ਉਸ ਨੂੰ ਪਿਆਰ ਕਰਨ ਲੱਗ ਪਈ ਅਤੇ ਕਿਹਾ ਕਿ ਜੇਕਰ ਅੱਜ ਮੇਰਾ ਕੋਈ ਪੁੱਤਰ ਹੁੰਦਾ ਤਾਂ ਉਹ ਵੀ ਉਸ ਵਰਗਾ ਹੁੰਦਾ। ਮੈਂ ਵੀ ਵਿਆਹ ਦੇ 1 ਮਹੀਨੇ ਬਾਅਦ ਗਰਭਵਤੀ ਹੋ ਗਈ, ਪਰ ਮੇਰਾ ਗਰਭਪਾਤ ਹੋ ਗਿਆ। ਇਸ ਕਾਰਨ ਮੈਂ ਆਪਣਾ ਬੱਚਾ ਗਵਾ ਦਿੱਤਾ। ਮੈਂ ਤੁਹਾਡੇ ਨਾਲ ਵਾਅਦਾ ਕਰਦੀ ਹਾਂ ਕਿ ਮੈਂ ਤੁਹਾਡੇ ਪੁੱਤਰ ਨੂੰ ਆਪਣੇ ਪੁੱਤਰ ਵਾਂਗ ਪਾਲਾਂਗੀ। ਵੰਸ਼ ਦੀ ਸੰਭਾਲ ਕਰਨ ਵਿੱਚ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਵੰਸ਼ ਦੀ ਦੇਖਭਾਲ ਕਰਨਾ ਵੀ ਮੇਰੀ ਜ਼ਿੰਮੇਵਾਰੀ ਸੀ। ਉਸ ਨੂੰ ਸਮੇਂ ਸਿਰ ਖਾਣਾ ਦੇਣਾ, ਸਮੇਂ ਸਿਰ ਸੌਣਾ ਅਤੇ ਕੱਪੜੇ ਬਦਲਣੇ ਆਦਿ ਘਰ ਦੇ ਹਰ ਕੰਮ ਲਈ ਨੌਕਰਾਨੀ ਹਾਜ਼ਰ ਸੀ। ਇੱਕ ਦਿਨ ਮੈਂ ਸਵੇਰੇ ਉੱਠ ਕੇ ਦੇਖਿਆ ਕਿ ਵੰਸ਼ ਮੰਜੇ ਤੋਂ ਗਾਇਬ ਸੀ। ਮੈਂ ਉੱਠ ਕੇ ਬਾਹਰ ਆ ਗਈ ਅਤੇ ਫਿਰ ਮੈਂ ਸਾਹਿਬ ਨੂੰ ਪੁੱਛਿਆ, ਵੰਸ਼ ਕਿੱਥੇ ਹੈ? ਉਹ ਆਪਣੇ ਬਿਸਤਰੇ ਵਿੱਚ ਨਹੀਂ ਹੈ। ਸਾਹਿਬ ਨੇ ਮੈਨੂੰ ਕਿਹਾ ਕਿ ਉਹ ਸ਼ਾਮ ਤੱਕ ਘਰ ਵਾਪਸ ਆ ਜਾਵੇਗਾ। ਮੈਂ ਕਈ ਵਾਰ ਸਾਹਿਬ ਨੂੰ ਪੁੱਛਿਆ ਕਿ ਉਹ ਕਿੱਥੇ ਗਿਆ ਸੀ ਅਤੇ ਸ਼ਾਮ ਤੱਕ ਉਹ ਕਿੱਥੇ ਰਹੇਗਾ, ਪਰ ਉਸਨੇ ਮੈਨੂੰ ਕੁਝ ਨਹੀਂ ਦੱਸਿਆ। ਉਹ ਘਰ ਦਾ ਮਾਲਕ ਸੀ, ਇਸ ਲਈ ਮੈਂ ਉਸ ਤੇ ਬਹੁਤੀ ਜਿੱਦ ਨਹੀਂ ਕਰ ਸਕਦੀ ਸੀ, ਕਿਉਂਕਿ ਜੇ ਉਹ ਮੈਨੂੰ ਘਰੋਂ ਬਾਹਰ ਕੱਢ ਦਿੰਦਾ ਤਾਂ ਮੈਂ ਕਿੱਥੇ ਜਾਂਦੀ। ਹਰ ਰੋਜ਼ ਵੰਸ਼ ਸ਼ਾਮ ਨੂੰ ਘਰ ਆ ਜਾਂਦਾ ਸੀ ਅਤੇ ਜਦੋਂ ਮੈਂ ਉਸ ਨੂੰ ਰਾਤ ਨੂੰ ਸਵਾਉਂਦੀ ਅਤੇ ਸਵੇਰੇ ਉੱਠਦੀ ਤਾਂ ਵੰਸ਼ ਉਸਦੇ ਬਿਸਤਰੇ ਤੋਂ ਗਾਇਬ ਹੋ ਜਾਂਦਾ, ਪਰ ਉਹ ਸ਼ਾਮ ਨੂੰ ਆ ਜਾਂਦਾ। ਜਦੋਂ ਵੀ ਮੈਂ ਸਾਹਿਬ ਨੂੰ ਵੰਸ਼ ਬਾਰੇ ਪੁੱਛਦੀ ਤਾਂ ਸਾਹਿਬ ਮੈਨੂੰ ਕੋਈ ਜਵਾਬ ਨਹੀਂ ਦਿੰਦੇ ਸਨ ਅਤੇ ਕਹਿੰਦੇ ਸਨ, ਮੈਂ ਤੁਹਾਨੂੰ ਇਸ ਮੁੱਦੇ ਤੋਂ ਦੂਰ ਰਹਿਣ ਲਈ ਕਿਹਾ ਹੈ। ਉਹ ਕਿੱਥੇ ਜਾਂਦਾ ਹੈ ਇਸ ਬਾਰੇ ਜ਼ਿਆਦਾ ਜਾਣਨ ਦੀ ਕੋਸ਼ਿਸ਼ ਨਾ ਕਰੋ। ਇਸ ਦਾ ਤੁਹਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਤੁਹਾਡਾ ਕੰਮ ਸਿਰਫ ਬੱਚੇ ਦੀ ਦੇਖਭਾਲ ਕਰਨਾ ਹੈ ਅਤੇ ਉਸ ਦੀ ਚੰਗੀ ਤਰ੍ਹਾਂ ਪਰਵਰਿਸ਼ ਕਰਨਾ ਹੈ। ਤੁਸੀਂ ਸਿਰਫ ਉਹੀ ਕੰਮ ਕਰੋ ਜੋ ਤੁਹਾਨੂੰ ਦਿੱਤਾ ਗਿਆ ਹੈ। ਉਸ ਤੋਂ ਬਾਅਦ ਮੈਂ ਉਸ ਤੋਂ ਕੁਝ ਵੀ ਪੁੱਛਣਾ ਬੰਦ ਕਰ ਦਿੱਤਾ। ਇੱਕ ਰਾਤ ਜਦੋਂ ਮੈਂ ਵੰਸ਼ ਕੋਲ ਠਹਿਰੀ ਹੋਈ ਸੀ ਤਾਂ ਅੱਧੀ ਰਾਤ ਨੂੰ ਮੈਂ ਅੱਖਾਂ ਖੋਲ੍ਹੀਆਂ ਤਾਂ ਦੇਖਿਆ ਕਿ ਵੰਸ਼ ਮੰਜੇ ਤੇ ਮੌਜੂਦ ਸੀ। ਮੈਂ ਜਾਗਦੀ ਰਹੀ ਤੇ ਅਚਾਨਕ ਮੇਰੀ ਅੱਖ ਲੱਗ ਗਈ। ਮੈਨੂੰ ਪਤਾ ਹੀ ਨਹੀਂ ਲੱਗਿਆ ਅਤੇ ਸਵੇਰ ਆਮ ਵਾਂਗ ਵੰਸ਼ ਬੈੱਡ ਤੇ ਮੌਜੂਦ ਨਹੀਂ ਸੀ ਅਤੇ ਮੈਂ ਉੱਠ ਕੇ ਬਾਹਰ ਆ ਗਈ। ਜਦੋਂ ਮੈਂ ਬਾਹਰ ਆ ਕੇ ਦੇਖਿਆ ਤਾਂ ਸਾਹਿਬ ਬੈਠੇ ਸਨ ਅਤੇ ਉਹਨਾਂ ਦੀ ਪਿੱਠ ਮੇਰੇ ਵੱਲ ਸੀ। ਮੈਂ ਨੰਗੇ ਪੈਰੀ ਹੀ ਬਾਹਰ ਨਿਕਲੀ ਸੀ, ਇਸੇ ਕਰਕੇ ਸਾਹਿਬ ਨੇ ਮੇਰੇ ਪੈਰਾਂ ਦੀ ਆਵਾਜ਼ ਵੀ ਨਹੀਂ ਸੁਣੀ ਸੀ। ਸਰ ਆਪਣੇ ਫੋਨ ਦੀ ਵਰਤੋਂ ਵਿੱਚ ਰੁੱਝੇ ਹੋਏ ਸਨ ਅਤੇ ਮੈਂ ਉਸਦੀ ਸ਼ਕਲ ਦੇਖ ਕੇ ਹੈਰਾਨ ਰਹਿ ਗਈ ਅਤੇ ਡਰਨ ਲੱਗ ਪਈ। ਵਾਪਸ ਆਪਣੇ ਕਮਰੇ ਵਿੱਚ ਆ ਗਈ। ਇਸ ਤੋਂ ਪਹਿਲਾਂ ਮੈਂ ਕਦੇ ਇਹ ਨਹੀਂ ਸੋਚਿਆ ਸੀ ਕਿ ਸਾਹਿਬ ਕੀ ਕੰਮ ਕਰਦੇ ਹਨ। ਮੈਨੂੰ ਸਿਰਫ ਆਪਣਾ ਕੰਮ ਕਰਨ ਦਾ ਫਿਕਰ ਸੀ। ਮੈਨੂੰ ਇਸ ਘਰ ਵਿੱਚ ਸਭ ਕੁਝ ਮਿਲ ਰਿਹਾ ਸੀ, ਇਸੇ ਲਈ ਮੈਂ ਇਸ ਬਾਰੇ ਬਹੁਤਾ ਨਹੀਂ ਸੋਚਿਆ। ਪਰ ਇੱਕ ਦਿਨ ਮੈਂ ਉੱਥੇ ਕੰਮ ਕਰਦਿਆਂ ਨੌਕਰਾਣੀਆਂ ਨੂੰ ਸਾਹਿਬ ਬਾਰੇ ਪੁੱਛਣ ਲੱਗੀ। ਜਦੋਂ ਮੈਂ ਉਸ ਨੂੰ ਪੁੱਛਿਆ ਕਿ ਸਾਹਿਬ ਕੀ ਕੰਮ ਕਰਦੇ ਹਨ ਤਾਂ ਉੱਥੇ ਇੱਕ ਨੌਕਰਾਣੀ ਨੇ ਮੈਨੂੰ ਦੱਸਿਆ ਕਿ ਸਰ ਇੱਕ ਥਾਣੇਦਾਰ ਹਨ। ਮੈਂ ਇਹ ਸੁਣ ਕੇ ਹੈਰਾਨ ਰਹਿ ਗਈ ਕਿ ਮੈਂ ਪੁਲਿਸ ਵਾਲੇ ਦੇ ਘਰ ਰਹਿੰਦੀ ਸੀ। ਮੈਂ ਸੋਚਿਆ ਕਿ ਉਦੋਂ ਹੀ ਉਸ ਨੇ ਮੇਰੀ ਮਦਦ ਕੀਤੀ ਹੋਵੇਗੀ। ਮੈਂ ਇਸ ਤਰ੍ਹਾਂ ਹੋ ਗਈ ਜਿਵੇਂ ਮੈਨੂੰ ਸਰ ਦੇ ਕੰਮ ਬਾਰੇ ਕੁਝ ਪਤਾ ਹੀ ਨਾ ਹੋਵੇ। ਮੈਂ ਇਹ ਗੱਲ ਸਾਹਿਬ ਨੂੰ ਪ੍ਰਗਟ ਨਹੀਂ ਹੋਣ ਦਿੱਤੀ। ਜੇ ਉਸ ਨੂੰ ਪਤਾ ਲੱਗ ਜਾਂਦਾ ਕਿ ਮੈਂ ਉਸ ਦੇ ਬਾਰੇ ਸਭ ਕੁਝ ਜਾਣਦੀ ਹਾਂ ਤਾਂ ਮੈਨੂੰ ਨਹੀਂ ਪਤਾ ਕਿ ਉਸਨੇ ਮੇਰੇ ਨਾਲ ਕੀ ਕਰਨਾ ਸੀ। ਇਸ ਲਈ ਮੈਂ ਚੁੱਪ ਹੋ ਗਈ। ਇੱਕ ਦਿਨ ਮੈਂ ਸਰ ਦੇ ਮੇਜ਼ ਉੱਤੇ ਰੱਖੀ ਇੱਕ ਫਾਈਲ ਦੇਖੀ। ਮੈਂ ਉਸ ਫਾਈਲ ਨੂੰ ਚੁੱਕ ਕੇ ਕਮਰੇ ਦੇ ਅੰਦਰ ਰੱਖਣ ਜਾ ਰਹੀ ਸੀ। ਫਿਰ ਅਚਾਨਕ ਉਹ ਫਾਈਲ ਮੇਰੇ ਹੱਥੋਂ ਡਿੱਗ ਗਈ ਅਤੇ ਉਸ ਵਿੱਚੋਂ ਕਈ ਕਾਗਜ਼ ਵੀ ਡਿੱਗ ਗਏ। ਉਹ ਕਾਗਜ਼ ਇਕੱਠੇ ਕਰਦੇ ਸਮੇਂ
ਮੇਰੀ ਨਜ਼ਰ ਫਾਈਲ ਵਿੱਚੋਂ ਡਿੱਗੀ ਇੱਕ ਫੋਟੋ ਉੱਤੇ ਪਈ। ਉਹ ਫੋਟੋ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਫੋਟੋ ਕਿਸੇ ਹੋਰ ਦੀ ਨਹੀਂ, ਸਗੋਂ ਮੇਰੇ ਪਤੀ ਦੀ ਸੀ। ਮੈਂ ਇਹ ਦੇਖ ਕੇ ਹੈਰਾਨ ਸੀ ਕਿ ਮੇਰੇ ਪਤੀ ਦੀ ਤਸਵੀਰ ਇੱਥੇ ਕੀ ਕਰ ਰਹੀ ਹੈ। ਮੈਂ ਸੋਚਿਆ ਕਿ ਜੇ ਸਾਹਿਬ ਨੂੰ ਪਤਾ ਲੱਗ ਜਾਵੇ ਕਿ ਮੈਂ ਇਹ ਫੋਟੋ ਦੇਖੀ ਹੈ, ਜਾਂ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਮੈਂ ਇਸ ਫੋਟੋ ਵਿਚਾਲੇ ਆਦਮੀ ਦੀ ਮੈਂ ਪਤਨੀ ਹਾਂ, ਤਾਂ ਉਹ ਮੈਨੂੰ ਨਹੀਂ ਛੱਡਣਗੇ। ਉਸ ਸਮੇਂ ਡਰ ਦੇ ਮਾਰੇ ਮੈਂ ਝੱਟ ਸਾਰੀਆਂ ਚੀਜ਼ਾਂ ਇਕੱਠੀਆਂ ਕਰ ਲਈਆਂ ਤੇ ਉਹ ਫਾਈਲ ਤਿਆਰ ਕਰਕੇ ਸਾਹਿਬ ਦੇ ਕਮਰੇ ਵਿੱਚ ਰੱਖ ਕੇ ਵਾਪਸ ਆ ਗਈ। ਪਰ ਹੁਣ ਮੈਨੂੰ ਡਰ ਲੱਗਣ ਲੱਗਾ, ਅਤੇ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਸੀ ਕਿ ਮੇਰੀ ਜਾਨ ਨੂੰ ਖਤਰਾ ਸੀ, ਅਤੇ ਇਸ ਦੇ ਬਾਵਜੂਦ ਮੈਂ ਇੱਥੋਂ ਨਹੀਂ ਜਾ ਸਕਦੀ ਸੀ, ਕਿਉਂਕਿ ਇਸ ਘਰ ਤੋਂ ਇਲਾਵਾ ਮੇਰੇ ਕੋਲ ਜਾਣ ਲਈ ਹੋਰ ਕਿਤੇ ਕੋਈ ਟਿਕਾਣਾ ਨਹੀਂ ਸੀ। ਅਤੇ ਮੈਨੂੰ ਉਸ ਬੱਚੇ ਨਾਲ ਪਿਆਰ ਹੋ ਗਿਆ ਸੀ। ਇੰਜ ਲੱਗਦਾ ਸੀ ਜਿਵੇਂ ਇਹ ਬੱਚਾ ਮੇਰਾ ਹੋਵੇ। ਮੇਰੇ ਅੰਦਰ ਇਸ ਬੱਚੇ ਪ੍ਰਤੀ ਡੂੰਘਾ ਪਿਆਰ ਪੈਦਾ ਹੋ ਗਿਆ ਸੀ, ਅਤੇ ਇਸ ਤੋਂ ਇਲਾਵਾ ਮੈਂ ਇਸ ਫੋਟੋ ਦਾ ਰਾਜ਼ ਵੀ ਜਾਣਨਾ ਚਾਹੁੰਦੀ ਸੀ। ਆਖਿਰ ਇਸ ਪੁਲਿਸ ਵਾਲੇ ਨੇ ਮੇਰੇ ਪਤੀ ਦੀ ਫੋਟੋ ਕਿਉਂ ਰੱਖੀ ਹੋਈ ਸੀ? ਮੈਨੂੰ ਡਰ ਸੀ ਕਿ ਕੁਝ ਗਲਤ ਹੋ ਸਕਦਾ ਹੈ ਕਿ ਮੇਰੇ ਭਰਾਵਾਂ ਨੇ ਅਭਿਸ਼ੇਕ ਨੂੰ ਲੱਭਣ ਲਈ ਇਸ ਪੁਲਿਸ ਬਾਰੇ ਕੋਲ ਰਿਪੋਰਟ ਦਰਜ ਕਰਵਾਈ ਹੋਵੇ। ਪਰ ਮੇਰੇ ਭਰਾਵਾਂ ਨੇ ਅਭਿਸ਼ੇਕ ਨੂੰ ਕਦੇ ਨਹੀਂ ਦੇਖਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਨੂੰ ਨਹੀਂ ਪਤਾ ਕਿ ਮੇਰੇ ਦਿਮਾਗ ਵਿੱਚ ਕੀ ਵਿਚਾਰ ਆ ਰਹੇ ਸਨ। ਇਸ ਲਈ ਮੇਰੇ ਵਿੱਚ ਉਸ ਆਦਮੀ ਨੂੰ ਪੁੱਛਣ ਦੀ ਹਿੰਮਤ ਨਹੀਂ ਸੀ। ਮੈਂ ਇੱਥੇ 4 ਮਹੀਨਿਆਂ ਤੋਂ ਰਹਿ ਰਹੀ। ਉਹ ਬੱਚਾ ਹੁਣ ਮੈਨੂੰ ਮੰਮੀ ਕਹਿਣ ਲੱਗ ਪਿਆ ਸੀ। ਮੈਂ ਉਸ ਨੂੰ ਮੰਮੀ ਕਹਿਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਫਿਰ ਵੀ ਮੈਨੂੰ ਮੰਮੀ ਕਹਿ ਕੇ ਬੁਲਾਉਂਦਾ ਸੀ। ਸਰ ਨੂੰ ਵੀ ਇਸ ਤੋਂ ਕੋਈ ਇਤਰਾਜ਼ ਨਹੀਂ ਸੀ। ਮੈਨੂੰ ਵੀ ਬੱਚੇ ਨਾਲ ਬਹੁਤ ਪਿਆਰ ਹੋ ਗਿਆ। ਉਸ ਤੋਂ ਬਾਅਦ ਵੀ 2-3 ਵਾਰ ਅਜਿਹਾ ਹੋਇਆ ਕਿ ਰਾਤ ਨੂੰ ਮੈਂ ਅੱਖਾਂ ਖੋਲ੍ਹਦੀ ਅਤੇ ਬੰਸ਼ ਮੇਰੇ ਨਾਲ ਹੀ ਸੁੱਤਾ ਪਿਆ ਹੁੰਦਾ, ਪਰ ਜਦੋਂ ਮੈਂ ਸਵੇਰੇ ਉੱਠਦੀ ਬੰਸ਼ ਮੰਜੇ ਤੋਂ ਗਾਇਬ ਹੋ ਜਾਂਦਾ, ਅਤੇ ਜੋ ਤਸਵੀਰ ਮੈਂ ਉਸ ਫਾਈਲ ਵਿੱਚ ਵੇਖੀ ਸੀ ਇਹ ਇੱਕ ਸੁਪਨਾ ਸੀ, ਪਰ ਉਹ ਗਲਤ ਨਹੀਂ ਸੀ। ਇੱਥੇ ਮੇਰੇ ਪਤੀ ਦੀ ਤਸਵੀਰ ਹੋਣ ਸੱਚਮੁੱਚ ਹੈਰਾਨੀ ਵਾਲੀ ਗੱਲ ਸੀ। ਸਰ ਨੇ ਮੈਨੂੰ ਇੱਕ ਮੋਬਾਈਲ ਦਿੱਤਾ ਅਤੇ ਕਿਹਾ ਸੀ ਕਿ ਜੇਕਰ ਤੁਹਾਨੂੰ ਕਿਸੇ ਨਾਲ ਗੱਲ ਕਰਨੀ ਪਵੇ ਤਾਂ ਤੁਸੀਂ ਇਸ ਰਾਹੀਂ ਗੱਲ ਕਰ ਸਕਦੇ ਹੋ। ਇੱਕ ਦਿਨ ਕਿਸੇ ਨੇ ਮੇਰੇ ਮੋਬਾਈਲ ਤੇ ਕਾਲ ਕੀਤੀ। ਮੈਂ ਕੰਮ ਵਿੱਚ ਰੁੱਝੀ ਹੋਈ ਸੀ, ਜਿਸ ਕਾਰਨ ਮੈਂ ਫੋਨ ਨਹੀਂ ਚੁੱਕ ਸਕੀ, ਕਿਉਂਕਿ ਮੇਰਾ ਫੋਨ ਕਮਰੇ ਵਿੱਚ ਪਿਆ ਸੀ। ਜਦੋਂ ਮੈਂ ਬਾਹਰ ਆ ਕੇ ਆਪਣਾ ਮੋਬਾਈਲ ਦੇਖਿਆ ਤਾਂ ਕਿਸੇ ਅਣਜਾਣ ਨੰਬਰ ਤੋਂ ਮੋਬਾਈਲ ਤੇ ਕਾਲ ਆਈ ਸੀ। ਮੈਂ ਬਹੁਤਾ ਧਿਆਨ ਨਹੀਂ ਦਿੱਤਾ, ਪਰ ਕੁਝ ਦੇਰ ਬਾਅਦ ਉਸ ਨੰਬਰ ਤੋਂ ਮੈਸੇਜ ਆਇਆ, ਜਿਸ ਵਿੱਚ ਮੇਰਾ ਨਾਮ ਲਿਖਿਆ ਹੋਇਆ ਸੀ ਅਤੇ ਲਿਖਿਆ ਸੀ ਕਿ ਸੁਨੇਹਾ, ਤੁਸੀਂ ਕਿਵੇਂ ਹੋ? ਮੈਂ ਬਹੁਤ ਹੈਰਾਨ ਸੀ ਕਿ ਮੈਨੂੰ ਮੇਰੇ ਨਾਮ ਤੋਂ ਕੌਣ ਜਾਣਦਾ ਹੈ। ਮੈਂ ਸੋਚਿਆ ਸ਼ਾਇਦ ਇੱਥੇ ਕੋਈ ਨੌਕਰਾਨੀ ਮੇਰੇ ਨਾਲ ਮਜ਼ਾਕ ਕਰ ਰਹੀ ਹੈ, ਇਸ ਲਈ ਮੈਂ ਉਸ ਸੰਦੇਸ਼ ਦਾ ਜਵਾਬ ਨਹੀਂ ਦਿੱਤਾ। ਉਸ ਤੋਂ ਬਾਅਦ ਕੋਈ ਮੈਸੇਜ ਨਹੀਂ ਆਇਆ ਤਾਂ ਮੈਂ ਚਿੰਤਤ ਹੋ ਗਈ। ਫਿਰ ਇਸ ਨੰਬਰ ਤੋਂ ਹਰ ਰਾਤ ਮੈਸੇਜ ਆਉਣ ਲੱਗੇ। ਮੈਸੇਜ ਵਿੱਚ ਹਰ ਤਰ੍ਹਾਂ ਦੀਆਂ ਗੱਲਾਂ ਸਨ। ਕਦੇ ਮੇਰੀ ਪੁਰਾਣੀ ਜ਼ਿੰਦਗੀ ਬਾਰੇ ਗੱਲ ਹੁੰਦੀ ਸੀ, ਕਦੇ ਮੇਰੇ ਭਰਾਵਾਂ ਬਾਰੇ ਗੱਲ ਹੁੰਦੀ ਸੀ, ਅਤੇ ਕਦੇ ਮੇਰੇ ਪਤੀ ਬਾਰੇ ਗੱਲ ਹੁੰਦੀ ਸੀ। ਇੱਕ ਅਜਿਹਾ ਵਿਅਕਤੀ ਸੀ ਜੋ ਮੇਰੇ ਬਾਰੇ ਸਭ ਕੁਝ ਜਾਣਦਾ ਸੀ ਅਤੇ ਜੋ ਮੈਨੂੰ ਮੈਸੇਜ ਕਰ ਰਿਹਾ ਸੀ। ਮੇਰੇ ਨਾਲ ਜੋ ਵੀ ਹੋ ਰਿਹਾ ਸੀ, ਮੈਨੂੰ ਇਸ ਸਭ ਬਾਰੇ ਕੁਝ ਪਤਾ ਨਹੀਂ ਸੀ। ਮੈਨੂੰ ਡਰ ਲੱਗਣ ਲੱਗ ਪਿਆ ਕਿ ਉਹ ਕੌਣ ਸੀ ਅਤੇ ਮੇਰਾ ਪਿੱਛਾ ਕਿਉਂ ਕਰ ਰਿਹਾ ਸੀ। ਮੈਂ ਇਹ ਕਿਸੇ ਨੂੰ ਨਹੀਂ ਦੱਸ ਸਕਦੀ ਸੀ। ਉਹ ਮੈਨੂੰ ਕਹਿੰਦਾ ਸੀ ਕਿ ਤੁਸੀਂ ਮੈਨੂੰ ਆਪਣਾ ਦੋਸਤ ਸਮਝ ਸਕਦੇ ਹੋ, ਅਤੇ ਉਹ ਕਹਿੰਦਾ ਸੀ ਕਿ ਜੇ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਮੈਨੂੰ ਮੈਸੇਜ ਭੇਜੋ, ਮੈਂ ਤੁਹਾਡੀਆਂ ਸਾਰੀਆਂ ਮੁਸੀਬਤਾਂ ਨੂੰ ਖਤਮ ਕਰ ਦਿਆਂਗਾ। ਪਰ ਮੈਂ ਡਰੀ ਹੋਈ ਸੀ, ਇਸ ਲਈ ਮੈਂ ਉਸਦਾ ਨੰਬਰ ਬਲੌਕ ਕਰ ਦਿੱਤਾ। ਪਰ ਫਿਰ ਉਸਨੇ ਮੈਨੂੰ ਇੱਕ ਨਵੇਂ ਨੰਬਰ ਤੋਂ ਮੈਸੇਜ ਕਰਨਾ ਸ਼ੁਰੂ ਕਰ ਦਿੱਤਾ। ਮੈਂ ਜਿੰਨੀ ਵਾਰ ਨੰਬਰ ਬਲੌਕ ਕਰਦੀ ਸੀ, ਉਹ ਹਰ ਵਾਰ ਨਵੇਂ ਨੰਬਰ ਤੋਂ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ। ਉਹ ਅਜਿਹੀਆਂ ਗੱਲਾਂ ਕਰਦਾ ਸੀ ਕਿ ਮੈਂ ਪਰੇਸ਼ਾਨ ਹੋ ਜਾਂਦੀ ਸੀ। ਇੱਕ ਵਾਰ ਮੈਨੂੰ ਸ਼ੱਕ ਵੀ ਹੋਇਆ ਕਿ ਕਿਤੇ ਸਾਹਿਬ ਦਾ ਮੈਨੂੰ ਪਰੇਸ਼ਾਨ ਨਹੀਂ ਕਰ ਰਹੇ, ਪਰ ਫਿਰ ਮੈਂ ਇਸ ਨੂੰ ਭੁਲੇਖਾ ਸਮਝ ਕੇ ਭੁੱਲ ਗਈ। ਪਰ ਹੁਣ ਹੌਲੀ-ਹੌਲੀ ਮੈਂ ਇਹ ਸਭ ਸੱਚ ਮੰਨਣ ਲੱਗੀ ਹਾਂ। ਮੈਨੂੰ ਇੰਜ ਲੱਗਾ ਸੀ ਜਿਵੇਂ ਇਸ ਘਰ ਤੋਂ ਮੇਰਾ ਖਾਣ-ਪੀਣ ਖਤਮ ਹੋਣ ਵਾਲਾ ਹੈ। ਮੈਨੂੰ ਕਿਸੇ ਤਰ੍ਹਾਂ ਇੱਥੋਂ ਨਿਕਲਣਾ ਚਾਹੀਦਾ ਹੈ। ਮੇਰੀ ਜਾਨ ਨੂੰ ਬਹੁਤ ਖਤਰਾ ਹੋ ਸਕਦਾ, ਪਰ ਇੱਥੇ ਮੈਂ ਇੱਜ਼ਤ ਨਾਲ ਜੀ ਰਹੀ ਸੀ। ਜਦੋਂ ਮੈਨੂੰ ਸਾਹਿਬ ਤੇ ਸ਼ੱਕ ਹੋਇਆ ਤਾਂ ਮੈਂ ਸਾਹਿਬ ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ, ਪਰ ਮੈਨੂੰ ਲੱਗਾ ਕਿ ਉਹ ਇਕੱਲੇ ਵਿਅਕਤੀ ਸਨ।
ਜੋ ਮੇਰੇ ਬਾਰੇ ਸਭ ਕੁਝ ਜਾਣਦੇ ਸਨ। ਸ਼ਾਇਦ ਇਹ ਹੀ ਉਹ ਹਨ ਜੋ ਮੈਨੂੰ ਪਰੇਸ਼ਾਨ ਕਰ ਰਿਹਾ ਹੈ, ਕਿਉਂਕਿ ਅਕਸਰ ਅਜਿਹਾ ਹੁੰਦਾ ਸੀ ਕਿ ਜਦੋਂ ਮੈਨੂੰ ਮੈਸੇਜ ਆ ਰਹੇ ਹੁੰਦੇ ਤਾਂ ਉਸ ਸਮੇਂ ਸਾਹਿਬ ਵੀ ਆਪਣਾ ਮੋਬਾਈਲ ਵਰਤ ਰਹੇ ਹੁੰਦੇ ਸਨ, ਪਰ ਉਹ ਸੁਨੇਹਾ ਭੇਜਣ ਵਾਲੇ ਵਿਅਕਤੀ ਦੀ ਮੇਰੇ ਤੋਂ ਕੋਈ ਮੰਗ ਨਹੀਂ ਸੀ। ਉਸ ਦੀ ਇੱਕੋ ਬੇਨਤੀ ਸੀ ਕਿ ਮੈਂ ਉਸ ਨਾਲ ਗੱਲਾਂ ਕਰਦੀ ਰਹਾਂ ਅਤੇ ਉਸ ਨੂੰ ਆਪਣਾ ਦੋਸਤ ਸਮਝ ਕੇ ਆਪਣੀਆਂ ਸਾਰੀਆਂ ਮੁਸ਼ਕਲਾਂ ਉਸ ਨੂੰ ਦੱਸਾਂ। ਜਦੋਂ ਕਈ ਦਿਨ ਬੀਤ ਗਏ ਅਤੇ ਮੇਰੇ ਬਾਰੇ ਸਭ ਕੁਝ ਜਾਣਨ ਦੇ ਬਾਵਜੂਦ ਉਸ ਨੇ ਨਾ ਤਾਂ ਮੇਰਾ ਕੋਈ ਨੁਕਸਾਨ ਕੀਤਾ ਅਤੇ ਨਾ ਹੀ ਮੈਨੂੰ ਬਲੈਕਮੇਲ ਕੀਤਾ, ਫਿਰ ਹੌਲੀ-ਹੌਲੀ ਮੈਂ ਉਸ ਤੇ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਂ ਉਸ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਮੈਂ ਉਸ ਨਾਲ ਆਪਣੀ ਕੋਈ ਸਮੱਸਿਆ ਸਾਂਝੀ ਨਹੀਂ ਕੀਤੀ, ਪਰ ਉਸ ਨਾਲ ਗੱਲਾਂ ਕਰਦੀ ਰਹੀ। ਉਹ ਮੇਰੇ ਨਾਲ ਇੱਧਰ ਉੱਧਰ ਦੇ ਮਜ਼ਾਕ ਕਰਦਾ ਰਹਿੰਦਾ ਸੀ ਅਤੇ ਜਦੋਂ ਮੈਂ ਉਸ ਨੂੰ ਪੁੱਛਦੀ ਸੀ ਤੂੰ ਮੇਰੇ ਬਾਰੇ ਇੰਨਾ ਕੁਝ ਕਿਵੇਂ ਜਾਣਦਾ ਹੈ ਤੇ ਉਸ ਨੂੰ ਇਹ ਸਭ ਕਿਵੇਂ ਪਤਾ ਲੱਗਾ, ਤਾਂ ਉਹ ਮੇਰੇ ਸਵਾਲ ਦਾ ਕੋਈ ਜਵਾਬ ਨਹੀਂ ਦਿੰਦਾ ਅਤੇ ਆਪਣੇ ਬਾਰੇ ਉਹ ਦੱਸਦਾ ਸੀ ਕਿ ਉਹ ਕੰਮ ਕਰਦਾ ਹੈ ਅਤੇ ਵਿਆਹਿਆ ਵੀ ਨਹੀਂ ਹੈ ਅਤੇ ਇਸ ਦੁਨੀਆ ਵਿੱਚ ਉਸ ਦਾ ਕੋਈ ਨਹੀਂ ਹੈ। ਮੇਰਾ ਵੀ ਇਸ ਦੁਨੀਆ ਵਿੱਚ ਕੋਈ ਨਹੀਂ ਸੀ। ਇਸੇ ਕਰਕੇ ਮੇਰੀ ਉਸ ਨਾਲ ਚੰਗੀ ਦੋਸਤੀ ਹੋ ਗਈ। ਮੈਂ ਕੋਸ਼ਿਸ਼ ਕਰਦੀ ਸੀ ਕਿ ਮੈਂ ਕਿਸੇ ਦੇ ਸਾਹਮਣੇ ਉਸ ਨਾਲ ਗੱਲ ਨਾ ਕਰਾਂ, ਇਸੇ ਲਈ ਮੈਂ ਉਸ ਨੂੰ ਇਹ ਵੀ ਕਿਹਾ ਸੀ ਕਿ ਮੈਂ ਉਸ ਨਾਲ ਕਿਸੇ ਦੇ ਸਾਹਮਣੇ ਜ਼ਿਆਦਾ ਗੱਲ ਨਹੀਂ ਕਰ ਸਕਦੀ। ਇਸ ਮਾਮਲੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਸਮੱਸਿਆ ਨਹੀਂ, ਮੈਂ ਇਸ ਦਾ ਧਿਆਨ ਰੱਖਾਂਗਾ ਅਤੇ ਹੁਣ ਅਸੀਂ ਰਾਤ ਨੂੰ ਹੀ ਗੱਲ ਕਰਾਂਗੇ। ਜਦੋਂ ਸਾਰੇ ਸੌਂ ਜਾਂਦੇ ਤਾਂ ਮੈਂ ਦੇਰ ਰਾਤ ਤੱਕ ਉਸ ਨਾਲ ਗੱਲਾਂ ਕਰਦੀ ਰਹਿੰਦੀ। ਦੇਰ ਰਾਤ ਤੱਕ ਗੱਲਾਂ ਕਰਨ ਕਾਰਨ ਮੇਰੀ ਸਵੇਰੇ ਅੱਖ ਨਹੀਂ ਖੁੱਲੀ ਅਤੇ ਜਦੋਂ ਮੈਂ ਜਾਗੀ ਤਾਂ ਬੰਸ਼ ਨਹੀਂ ਸੀ। ਹੁਣ ਮੈਨੂੰ ਉਸ ਨਾਲ ਗੱਲਾਂ ਕਰਨ ਦੀ ਆਦਤ ਪੈ ਗਈ ਸੀ। ਮੈਂ ਉਸ ਨਾਲ ਬੰਸ਼ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦੀ ਸੀ ਕਿਉਂਕਿ ਇਹ ਮੇਰਾ ਰਾਜ ਸੀ ਅਤੇ ਮੈਂ ਇਸ ਘਰ ਦਾ ਰਾਜ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ ਸੀ ਕਿਉਂਕਿ ਮੈਂ ਇਸ ਘਰ ਦਾ ਨਮਕ ਖਾ ਰਹੀ ਸੀ। ਅਤੇ ਫਿਰ ਉਹ ਹੈ ਵੀ ਕੌਣ ਸੀ? ਮੈਂ ਉਸ ਨੂੰ ਬਹੁਤਾ ਨਹੀਂ ਜਾਣਦੀ ਸੀ। ਮੈਨੂੰ ਨਹੀਂ ਪਤਾ ਸੀ ਕਿ ਉਸਨੇ ਮੈਨੂੰ ਆਪਣੇ ਬਾਰੇ ਜੋ ਦੱਸਿਆ ਉਹ ਸੱਚ ਸੀ ਜਾਂ ਨਹੀਂ। ਉਹ ਮੇਰੇ ਲਈ ਇੱਕ ਟਾਈਮ ਪਾਸ ਬਣ ਗਿਆ ਸੀ। ਵੈਸੇ ਵੀ ਮੈਂ ਸਾਰਾ ਦਿਨ ਇਕੱਲੀ ਬੋਰ ਹੋ ਜਾਂਦੀ ਸੀ। ਬੰਸ਼ ਵੀ ਸ਼ਾਮ ਨੂੰ ਹੀ ਘਰ ਪਰਤਦਾ ਸੀ ਅਤੇ ਨੌਕਰ ਘਰ ਦਾ ਕੰਮ ਕਰਦੇ ਸਨ, ਇਸੇ ਲਈ ਮੈਂ ਉਸ ਨਾਲ ਗੱਲਾਂ ਕਰਕੇ ਆਪਣਾ ਟਾਈਮ ਪਾਸ ਕਰਦੀ ਸੀ। 2-3 ਦਿਨਾਂ ਤੋਂ ਉਹ ਮੈਨੂੰ ਕਹਿ ਰਿਹਾ ਸੀ ਕਿ ਉਹ ਮੈਨੂੰ ਮਿਲਣਾ ਚਾਹੁੰਦਾ ਹੈ, ਪਰ ਮੈਂ ਘਰੋਂ ਬਾਹਰ ਨਾ ਆਉਣ ਕਾਰਨ ਮਿਲਣ ਲਈ ਤਿਆਰ ਨਹੀਂ ਸੀ। ਉਸ ਨੇ ਕਿਹਾ ਕਿ ਉਹ ਮੈਨੂੰ ਮਿਲਣ ਲਈ ਖੁਦ ਮੇਰੇ ਘਰ ਆਵੇਗਾ। ਮੈਂ ਉਸ ਨੂੰ ਨਜ਼ਰ ਅੰਦਾਜ਼ ਕੀਤਾ ਕਿਉਂਕਿ ਉਹ ਨਹੀਂ ਜਾਣਦਾ ਸੀ ਕਿ ਮੈਂ ਕਿੱਥੇ ਰਹਿੰਦੀ ਹਾਂ। ਇੱਕ ਦਿਨ ਸ਼ਾਮ ਨੂੰ ਬੰਸ਼ ਅਤੇ ਸਾਹਿਬ ਇਕੱਠੇ ਘਰ ਵਿੱਚ ਸੈਰ ਕਰਦੇ ਹੋਏ ਆਏ। ਸਾਹਿਬ ਨੇ ਮੈਨੂੰ ਸ਼ਾਮ ਨੂੰ ਖਾਣੇ ਦਾ ਇੰਤਜ਼ਾਮ ਕਰਨ ਲਈ ਕਿਹਾ ਕਿਉਂਕਿ ਮੇਰਾ ਸਭ ਤੋਂ ਵਧੀਆ ਦੋਸਤ ਅੱਜ ਘਰ ਆ ਰਿਹਾ ਹੈ। ਮੇਰਾ ਦੋਸਤ ਕਾਫੀ ਸਮੇਂ ਬਾਅਦ ਮੇਰੇ ਘਰ ਆ ਰਿਹਾ ਹੈ, ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਲਈ ਆਪਣੇ ਹੱਥਾਂ ਨਾਲ ਸਵਾਦਿਸ਼ਟ ਭੋਜਨ ਤਿਆਰ ਕਰੋ। ਮੈਂ ਸਰ ਨੂੰ ਕਿਹਾ ਕਿ ਠੀਕ ਹੈ, ਮੈਂ ਖਾਣਾ ਬਣਾ ਕੇ ਤਿਆਰ ਕਰ ਦਿਆਂਗੀ। ਮੈਂ ਬਹੁਤ ਸਾਰੇ ਪਕਵਾਨ ਤਿਆਰ ਕੀਤੇ ਸਨ। 3 ਘੰਟਿਆਂ ਬਾਅਦ ਹੀ ਬਾਹਰੋਂ ਕਿਸੇ ਦੇ ਬੋਲਣ ਦੀ ਆਵਾਜ਼ ਆਉਣ ਲੱਗੀ। ਮੈਂ ਸੋਚਿਆ ਸ਼ਾਇਦ ਮਹਿਮਾਨ ਆ ਗਏ ਹੋਣ। ਮੈਂ ਆਪਣੇ ਕੰਮ ਵਿੱਚ ਇੰਨਾ ਰੁੱਝੀ ਸੀ ਕਿ ਮੈਂ ਉਸ ਫੋਨ ਵਾਲੇ ਮੁੰਡੇ ਨੂੰ ਭੁੱਲ ਗਈ ਸੀ। ਉਸ ਨੇ ਕਿਹਾ ਸੀ ਕਿ ਉਹ ਮੈਨੂੰ ਮਿਲਣ ਆਵੇਗਾ। ਖਾਣਾ ਬਣਾ ਕੇ ਜਦੋਂ ਮੈਂ ਰਸੋਈ ਵਿੱਚੋਂ ਬਾਹਰ ਆਈ ਤਾਂ ਹੇਠਾਂ ਹਾਲ ਵਿੱਚ ਬੈਠੇ ਇੱਕ ਵਿਅਕਤੀ ਨੂੰ ਦੇਖ ਕੇ ਹੈਰਾਨ ਰਹਿ ਗਈ। ਮੈਂ ਦੇਖਦੀ ਰਹਿ ਗਈ ਕਿ ਮੇਰੇ ਸਾਹਮਣੇ ਕੌਣ ਹੈ। ਮੈਂ ਦੰਗ ਰਹਿ ਗਈ। ਮੈਂ ਮੁੜ ਆਪਣੇ ਹੋਸ਼ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਮੈਨੂੰ ਹੋਸ਼ ਨਹੀਂ ਆ ਰਿਹਾ ਸੀ। ਕੁਝ ਸਮੇਂ ਬਾਅਦ ਮੈਂ ਬੇਹੋਸ਼ ਹੋ ਗਈ ਅਤੇ ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਆਪਣੇ ਕਮਰੇ ਵਿੱਚ ਬੈੱਡ ਤੇ ਲੇਟੀ ਹੋਈ ਸੀ। ਸਰ ਅਤੇ ਉਹ ਵਿਅਕਤੀ ਮੇਰੇ ਬਿਸਤਰੇ ਦੇ ਕੋਲ ਖੜੇ ਸਨ। ਉਹ ਵਿਅਕਤੀ ਹੋਰ ਕੋਈ ਨਹੀਂ ਸਗੋਂ ਮੇਰਾ ਪਤੀ ਅਭਿਸ਼ੇਕ ਸੀ, ਜਿਸ ਦੀ ਅੰਤਿਮ ਰਸਮਾਂ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਸੀ। ਮੈਂ ਹੈਰਾਨੀ ਨਾਲ ਅਭਿਸ਼ੇਕ ਵੱਲ ਦੇਖ ਰਹੀ ਸੀ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਹ ਮੇਰੇ ਸਾਹਮਣੇ ਜਿੰਦਾ ਅਤੇ ਸੁਰੱਖਿਅਤ ਖੜਾ ਸੀ। ਅਭਿਸ਼ੇਕ ਵੀ ਮੇਰੇ ਵੱਲ ਧਿਆਨ ਨਾਲ ਦੇਖ ਰਿਹਾ ਸੀ ਅਤੇ ਮੈਂ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਦੇਖ ਸਕਦੀ ਸੀ। ਅਭਿਸ਼ੇਕ ਨੇ ਕਿਹਾ, ਸੁਨੇਹਾ, ਮੇਰੇ ਤੇ ਵਿਸ਼ਵਾਸ ਕਰੋ, ਮੈਂ ਤੁਹਾਡਾ ਅਭਿਸ਼ੇਕ ਹਾਂ ਜੋ ਤੁਹਾਨੂੰ ਬਹੁਤ ਪਿਆਰ ਕਰਦਾ ਹੈ। ਦੇਖੋ ਮੈਂ ਜਿੰਦਾ ਹਾਂ। ਅਤੇ ਇਹ ਕਹਿ ਕੇ ਉਹ ਮੇਰੇ ਕੋਲ ਬੈਠ ਗਿਆ। ਮੇਰੀਆਂ ਅੱਖਾਂ ਵਿੱਚੋਂ ਵੀ ਹੰਝੂ ਸਨ ਅਤੇ ਮੈਂ ਉਸ ਨੂੰ ਛੂਹ ਕੇ ਦੇਖ ਰਹੀ ਸੀ। ਮੈਨੂੰ ਯਕੀਨ ਹੋ ਗਿਆ ਕਿ ਉਹ ਸੱਚਮੁੱਚ ਜਿੰਦਾ ਸੀ ਅਤੇ ਮੇਰੇ ਸਾਹਮਣੇ ਬੈਠਾ ਸੀ। ਮੈਂ ਉਸ ਨੂੰ ਜੱਫੀ ਪਾ ਕੇ ਬਹੁਤ ਰੋਣ ਲੱਗ ਪਈ। ਉਹ ਵੀ ਮੈਨੂੰ ਜੱਫੀ ਪਾ ਕੇ ਬਹੁਤ ਰੋ ਰਿਹਾ ਸੀ। ਉਸ ਦੇ ਜਾਣ ਤੋਂ ਬਾਅਦ ਜੋ ਵੀ ਮੇਰੇ ਨਾਲ ਹੋਇਆ, ਇਹ ਸਭ ਯਾਦ ਕਰਕੇ ਮੈਨੂੰ ਬਹੁਤ ਦਰਦ ਹੋ ਰਿਹਾ ਸੀ। ਮੈਨੂੰ ਉਹ ਸਭ ਕੁਝ ਯਾਦ ਆਉਣ ਲੱਗਾ ਜੋ ਮੇਰੇ ਨਾਲ ਵਾਪਰਿਆ ਸੀ।
ਮੈਂ ਅਭਿਸ਼ੇਕ ਨੂੰ ਪੁੱਛਿਆ, ਜੇਕਰ ਤੁਸੀਂ ਜਿੰਦਾ ਹੋ ਤਾਂ ਉਹ ਵਿਅਕਤੀ ਕੌਣ ਸੀ ਜਿਸ ਦੀ ਪ੍ਰਕਿਰਿਆ ਮੇਰੀਆਂ ਅੱਖਾਂ ਦੇ ਸਾਹਮਣੇ ਹੋਈ ਸੀ ਅਤੇ ਜਿਸ ਦੀ ਲਾਸ਼ ਮੈਂ ਹਸਪਤਾਲ ਵਿੱਚ ਵੇਖੀ ਸੀ। ਅਤੇ ਮੈਂ ਅਭਿਸ਼ੇਕ ਨੂੰ ਕਿਹਾ ਕਿ ਜਦੋਂ ਤੁਹਾਨੂੰ ਪਤਾ ਸੀ ਕਿ ਤੁਹਾਡੇ ਤੋਂ ਇਲਾਵਾ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ ਹੈ ਤਾਂ ਤੂੰ ਇੰਨੇ ਮਹੀਨੇ ਮੇਰੇ ਤੋਂ ਦੂਰ ਕਿਉਂ ਰਿਹਾ। ਮੈਂ ਬਹੁਤ ਰੋ ਰਹੀ ਸੀ। ਅਭਿਸ਼ੇਕ ਨੇ ਮੈਨੂੰ ਦੱਸਿਆ, ਕਿਉਂਕਿ ਮੇਰੇ ਕੋਲ ਅਜਿਹੇ ਕਈ ਰਾਜ਼ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅੱਜ ਮੈਂ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਰਾਜ਼ ਦੱਸਣਾ ਚਾਹੁੰਦਾ ਹਾਂ। ਸਭ ਤੋਂ ਪਹਿਲਾਂ ਗਲਤ ਨੰਬਰ ਵਾਲਾ ਮੁੰਡਾ ਜਿਸ ਨਾਲ ਤੁਸੀਂ ਗੱਲ ਕਰਦੇ ਹੋ ਉਹ ਹੋਰ ਕੋਈ ਨਹੀਂ, ਮੈਂ ਹਾਂ। ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਹਾਂ ਅਤੇ ਮੈਂ ਤੁਹਾਨੂੰ ਉਦੋਂ ਹੀ ਮਿਲਾਂਗਾ ਜਦੋਂ ਮੈਂ ਤੁਹਾਡੇ ਘਰ ਆਵਾਂਗਾ। ਦੇਖੋ, ਇੱਥੇ ਆਇਆ ਹਾਂ, ਮੈਂ ਤੁਹਾਨੂੰ ਕਿਤੇ ਵੀ ਨਹੀਂ ਬੁਲਾਇਆ, ਠੀਕ ਹੈ। ਫਿਰ ਮੈਂ ਉਹਨਾਂ ਗੱਲਾਂ ਬਾਰੇ ਸੋਚਿਆ ਜੋ ਉਹ ਲੜਕਾ ਮੈਨੂੰ ਕਹਿੰਦਾ ਸੀ ਅਤੇ ਉਹ ਸਾਰੀਆਂ ਗੱਲਾਂ ਜੋ ਉਹ ਮੇਰੇ ਬਾਰੇ ਜਾਣਦਾ ਸੀ। ਇਹ ਸਭ ਕੁਝ ਮੇਰੇ ਪਤੀ ਅਤੇ ਮੇਰੇ ਤੋਂ ਇਲਾਵਾ ਕੋਈ ਨਹੀਂ ਜਾਣਦਾ ਸੀ। ਪਰ ਮੈਂ ਇਸ ਗੱਲ ਵੱਲ ਕੋਈ ਧਿਆਨ ਨਹੀਂ ਦਿੱਤਾ ਕਿ ਅਭਿਸ਼ੇਕ ਜਿੰਦਾ ਹੋ ਸਕਦਾ ਹੈ। ਮੈਂ ਅਭਿਸ਼ੇਕ ਨੂੰ ਪੁੱਛਿਆ ਕਿ ਜੇਕਰ ਤੁਸੀਂ ਜਿੰਦਾ ਸੀ ਤਾਂ ਇੰਨੇ ਸਮੇਂ ਤੱਕ ਕਿੱਥੇ ਸੀ। ਮੈਂ ਤੁਹਾਡੇ ਬਾਰੇ ਸਭ ਕੁਝ ਜਾਣਨਾ ਚਾਹੁੰਦੀ ਹਾਂ। ਅਭਿਸ਼ੇਕ ਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਆਪਣੇ ਬਾਰੇ ਸਭ ਕੁਝ ਦੱਸਾਂਗਾ ਜਦੋਂ ਤੁਸੀਂ ਆਪਣਾ ਘਰ ਛੱਡ ਕੇ ਇੱਥੇ ਆਏ ਅਤੇ ਅਸੀਂ ਵਿਆਹ ਕਰਵਾ ਲਿਆ। ਤਾਂ ਕੁਝ ਦਿਨਾਂ ਬਾਅਦ ਤੁਹਾਡੇ ਭਰਾ ਵੀ ਇੱਥੇ ਆ ਗਏ ਅਤੇ ਸਾਡੇ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ। ਉਸ ਨੇ ਆਪਣੇ ਪਿੰਡ ਵਿੱਚ ਸਭ ਨੂੰ ਕਿਹਾ ਸੀ ਕਿ ਤੁਹਾਡੀ ਮੌਤ ਹਾਦਸੇ ਵਿੱਚ ਹੋਈ ਸੀ ਅਤੇ ਤੁਹਾਡੀ ਮੌਕੇ ਤੇ ਹੀ ਮੌਤ ਹੋ ਗਈ ਸੀ। ਇੱਥੋਂ ਤੱਕ ਕਿ ਉਹਨਾਂ ਨੇ ਲੋਕਾਂ ਨੂੰ ਕੁਚਲੀ ਹੋਈ ਲਾਸ਼ ਦਿਖਾਈ ਕਿ ਇਹ ਸੱਚਮੁੱਚ ਮਰੀ ਹੋਈ ਹੈ, ਕਿਉਂਕਿ ਜੇਕਰ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਕਿ ਸਰਪੰਚ ਦੀ ਭੈਣ ਘਰੋਂ ਭੱਜ ਗਈ ਤਾਂ ਤੁਹਾਡੇ ਭਰਾਵਾਂ ਦੀ ਬਹੁਤ ਬਦਨਾਮੀ ਹੋਣੀ ਸੀ। ਬਦਨਾਮੀ ਤੋਂ ਡਰੋ ਤੁਹਾਡੇ ਭਰਾਵਾਂ ਨੇ ਪਿੰਡ ਵਿੱਚ ਝੂਠ ਬੋਲ ਕੇ ਸਾਬਤ ਕਰ ਦਿੱਤਾ ਸੀ ਕਿ ਤੁਸੀਂ ਮਰ ਚੁੱਕੇ ਹੋ। ਪਰ ਉਹ ਲੋਕ ਮੇਰੇ ਦੁਸ਼ਮਣ ਬਣ ਗਏ ਸਨ ਜਿਸ ਨੇ ਉਹਨਾਂ ਦੀ ਭੈਣ ਨਾਲ ਵਿਆਹ ਕੀਤਾ ਸੀ। ਜਿਸ ਸਮੇਂ ਮੈਨੂੰ ਪਤਾ ਲੱਗਾ ਕਿ ਤੁਸੀਂ ਮਾਂ ਬਣ ਜਾ ਰਹੇ ਹੋ, ਮੈਂ ਤੁਹਾਨੂੰ ਕਿਸੇ ਬਹਾਨੇ ਡਾਕਟਰ ਕੋਲ ਲੈ ਗਿਆ ਅਤੇ ਤੁਹਾਨੂੰ ਗਰਭਪਾਤ ਦੀ ਦਵਾਈ ਦਿੱਤੀ, ਕਿਉਂਕਿ ਮੇਰੀ ਜ਼ਿੰਦਗੀ ਮੁਸ਼ਕਲ ਵਿੱਚ ਸੀ। ਮੈਂ ਨਹੀਂ ਚਾਹੁੰਦਾ ਸੀ ਕਿ ਤੁਸੀਂ ਇੱਕ ਛੋਟੇ ਬੱਚੇ ਨਾਲ ਘਰ ਘਰ ਠੋਕਰ ਖਾਓ, ਕਿਉਂਕਿ ਮੈਂ ਤੁਹਾਨੂੰ ਛੱਡਣ ਹੀ ਵਾਲਾ ਸੀ। ਮੈਨੂੰ ਪਤਾ ਲੱਗਾ ਕਿ ਤੇਰਾ ਭਰਾ ਮੈਨੂੰ ਹਰ ਪਾਸੇ ਲੱਭ ਰਹੇ ਸੀ। ਤੇਰੇ ਭਰਾਵਾਂ ਨੇ ਮੈਨੂੰ ਬਾਰ-ਬਾਰ ਨੌਕਰੀ ਤੋਂ ਕਢਵਾਉਣਾ ਸ਼ੁਰੂ ਕਰ ਦਿੱਤਾ ਤੇ ਤੇਰੇ ਭਰਾਵਾਂ ਕਾਰਨ ਮੈਂ ਕਈ ਥਾਵਾਂ ਤੇ ਰਿਹਾ। ਇੱਕ ਦਿਨ ਤੇਰੇ ਭਰਾਵਾਂ ਨੂੰ ਮੇਰੇ ਮੋਬਾਈਲ ਨੰਬਰ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਮੈਨੂੰ ਫੋਨ ਕੀਤਾ। ਫੋਨ ਕਰਕੇ ਉਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਮੇਰੇ ਨਾਲ ਨਾਲ ਤੈਨੂੰ ਵੀ ਮਾਰ ਦੇਵਾਂਗੇ। ਇਸ ਲਈ ਮੈਂ ਤੁਹਾਨੂੰ ਉੱਥੋਂ ਛੱਡ ਦਿੱਤਾ, ਕਿਉਂਕਿ ਉਹ ਲੋਕ ਮੇਰੇ ਪਿੱਛੇ ਸਨ। ਮੈਂ ਨਹੀਂ ਚਾਹੁੰਦਾ ਸੀ ਕਿ ਮੇਰੇ ਨਾਲ ਤੁਹਾਡੀ ਜਾਨ ਨੂੰ ਵੀ ਖਤਰਾ ਹੋਵੇ। ਜੇ ਉਹ ਮੈਨੂੰ ਲੱਭ ਲੈਂਦੇ ਤਾਂ ਉਹ ਮੈਨੂੰ ਮਾਰ ਦਿੰਦੇ, ਪਰ ਜੇ ਉਹ ਤੁਹਾਨੂੰ ਮੇਰੇ ਨਾਲ ਮਿਲਦੇ ਤਾਂ ਤੁਸੀਂ ਵੀ ਮਾਰ ਦਿੱਤੇ ਹੁੰਦੇ। ਮੈਂ ਨਹੀਂ ਚਾਹੁੰਦਾ ਸੀ ਕਿ ਉਹ ਲੋਕ ਤੁਹਾਨੂੰ ਇੱਕ ਦਿਨ ਵਿੱਚ ਮਾਰ ਦੇਣ। ਫਿਰ ਅਚਾਨਕ ਇੱਕ ਕਾਰ ਨੇ ਮੈਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਖੁਸ਼ਕਿਸਮਤ ਸੀ ਕਿ ਮੈਂ ਉਸ ਹਾਦਸੇ ਤੋਂ ਬਚ ਗਿਆ। ਮੇਰੀ ਕਾਰ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਉਸ ਕਾਰ ਦੇ ਅੱਗੇ ਕੋਈ ਹੋਰ ਆਦਮੀ ਆ ਗਿਆ ਅਤੇ ਉਹ ਆਦਮੀ ਤੁਹਾਡੇ ਭਰਾ ਦੀ ਕਾਰ ਨਾਲ ਹਾਦਸਾਗ੍ਰਸਤ ਹੋ ਗਿਆ ਅਤੇ ਉਸ ਦੀ ਜਾਨ ਚਲੀ ਗਈ। ਉਸੇ ਪਲ ਮੈਂ ਉੱਥੋਂ ਭੱਜ ਗਿਆ। ਤੇਰਾ ਭਰਾ ਜਾਣਬੁੱਝ ਕੇ ਮੈਨੂੰ ਮਾਰਨਾ ਚਾਹੁੰਦਾ ਸੀ। ਉਸ ਤੋਂ ਬਾਅਦ ਵੀ ਮੈਨੂੰ ਤੇਰੇ ਭਰਾ ਦਾ ਫੋਨ ਆਇਆ ਤੇ ਕਿਹਾ ਕਿ ਜੇ ਤੂੰ ਬਚ ਗਿਆ ਹੈ ਤਾਂ ਇਹ ਨਾ ਸੋਚੀ ਕਿ ਤੈਂ ਹਰ ਵਾਰ ਬਚ ਜਾਵੇਗਾ। ਅਸੀਂ ਉਦੋਂ ਤੱਕ ਆਰਾਮ ਨਹੀਂ ਕਰਾਂਗੇ ਜਦੋਂ ਤੱਕ ਅਸੀਂ ਤੁਹਾਨੂੰ ਨਹੀਂ ਮਾਰਦੇ। ਤੇਰੇ ਪਰਿਵਾਰ ਵਾਲੇ ਮੇਰੀ ਜਾਨ ਦੇ ਦੁਸ਼ਮਣ ਬਣ ਗਏ ਸਨ। ਮੇਰੇ ਨਾਲ ਪਹਿਲਾਂ ਜੋ ਕੁਝ ਹੋਇਆ, ਮੈਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਮੇਰੇ ਨਾਲ ਹੋਰ ਵੀ ਬਹੁਤ ਕੁਝ ਹੋਇਆ। ਉਦੋਂ ਤੱਕ ਮੈਨੂੰ ਨਹੀਂ ਪਤਾ ਸੀ ਕਿ ਉਹ ਤੁਹਾਡਾ ਭਰਾ ਹੈ, ਪਰ ਜਦੋਂ ਮੈਨੂੰ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਅਤੇ ਕਿਹਾ ਗਿਆ ਕਿ ਅਸੀਂ ਤੁਹਾਨੂੰ ਮਾਰ ਦਿਆਂਗੇ ਤਾਂ ਮੈਂ ਸਮਝ ਗਿਆ ਕਿ ਇਹ ਤੁਹਾਡਾ ਭਰਾ ਹੈ ਜੋ ਮੇਰੇ ਨਾਲ ਇਹ ਸਭ ਕਰ ਰਿਹਾ ਹੈ। ਜਿਸ ਦੇ ਘਰ ਤੁਸੀਂ ਰਹਿ ਰਹੇ ਹੋ, ਇਹ ਮੇਰਾ ਦੋਸਤ ਹੈ। ਇਹ ਮੇਰਾ ਬਚਪਨ ਦਾ ਦੋਸਤ ਹੈ ਅਤੇ ਉਹ ਪੁਲਿਸ ਅਫਸਰ ਹੈ। ਮੈਂ ਉਸ ਨੂੰ ਮਦਦ ਲਈ ਕਿਹਾ ਅਤੇ ਉਹ ਮੇਰੀ ਮਦਦ ਕਰਨ ਲਈ ਰਾਜ਼ੀ ਹੋ ਗਿਆ। 1 ਮਹੀਨਾ ਮੈਂ ਆਪਣੀ ਜਾਨ ਬਚਾਉਣ ਲਈ ਕਿਤੇ ਨਾ ਕਿਤੇ ਭੱਜਦਾ ਰਿਹਾ, ਪਰ ਫਿਰ ਮੈਨੂੰ ਤੁਹਾਡੀ ਚਿੰਤਾ ਹੋ ਗਈ। ਮੈਨੂੰ ਪਤਾ ਸੀ ਕਿ ਮੇਰਾ ਦੋਸਤ ਉਸ ਦੇ ਘਰ ਇਕੱਲਾ ਰਹਿੰਦਾ ਹੈ, ਇਸ ਲਈ ਮੈਂ ਉਸ ਨੂੰ ਕਿਹਾ ਕਿ ਉਹ ਕਿਸੇ ਤਰ੍ਹਾਂ ਮੇਰੀ ਪਤਨੀ ਨੂੰ ਆਪਣੇ ਘਰ ਲੈ ਜਾਵੇ ਅਤੇ ਉਸ ਨੂੰ ਆਪਣੇ ਘਰ ਜਗ੍ਹਾ ਦੇਵੇ ਤਾਂ ਜੋ ਉਹ ਪਰੇਸ਼ਾਨ ਨਾ ਹੋਵੇ। ਜੇ ਮੇਰਾ ਇਹ ਦੋਸਤ ਤੁਹਾਨੂੰ ਆਪਣੇ ਘਰ ਜਾਣ ਲਈ ਕਹਿੰਦਾ ਤਾਂ
ਤੁਸੀਂ ਇੰਨੀ ਆਸਾਨੀ ਨਾਲ ਉਸ ਦੇ ਘਰ ਜਾਣ ਲਈ ਰਾਜੀ ਨਾ ਹੁੰਦੇ। ਇਸ ਲਈ ਉਸਨੇ ਸੋਚਿਆ ਕਿ ਜੇਕਰ ਉਹ ਤੁਹਾਨੂੰ ਆਪਣੇ ਪੁੱਤਰ ਬੰਸ਼ ਦੀ ਪਰਵਰਿਸ਼ ਕਰਨ ਲਈ ਕਹੇ ਤਾਂ ਤੁਸੀਂ ਮੰਨ ਜਾਓਗੇ ਅਤੇ ਕਿਸੇ ਵੀ ਮੁਸੀਬਤ ਤੋਂ ਬਚਣ ਲਈ ਉਹ ਆਸਾਨੀ ਨਾਲ ਉਸ ਦੇ ਘਰ ਜਾ ਕੇ ਰਹਿ ਜਾਵੇਗੀ। ਇੱਥੇ ਤੁਸੀਂ ਪੂਰੀ ਤਰ੍ਹਾਂ ਸੁਰੱਖਿਅਤ ਸੀ ਅਤੇ ਹੁਣ ਮੇਰੀਆਂ ਮੁਸ਼ਕਲਾਂ ਖਤਮ ਹੋ ਗਈਆਂ ਸਨ। ਮੇਰੇ ਦੋਸਤ ਨੇ ਤੁਹਾਡੇ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਅਤੇ ਮੈਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ। ਮੈਂ ਉਦੋਂ ਤੱਕ ਤੁਹਾਡਾ ਸਾਹਮਣਾ ਨਹੀਂ ਕਰ ਸਕਦਾ ਸੀ ਜਦੋਂ ਤੱਕ ਮੈਂ ਤੁਹਾਡੇ ਭਰਾਵਾਂ ਨੂੰ ਪੁਲਿਸ ਦੇ ਹਵਾਲੇ ਨਹੀਂ ਕਰ ਦਿੰਦਾ। ਲੰਬੇ ਸਮੇਂ ਤੋਂ ਮੇਰੇ ਦੋਸਤ ਨੇ ਮੈਨੂੰ ਜੇਲ੍ਹ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਸੀ, ਕਿਉਂਕਿ ਜੇ ਮੈਂ ਬਾਹਰ ਆਉਂਦਾ ਤਾਂ ਤੇਰਾ ਭਰਾ ਕਿਸੇ ਤਰ੍ਹਾਂ ਮੇਰਾ ਪਤਾ ਲੱਭ ਕੇ ਮੈਨੂੰ ਮਾਰ ਦਿੰਦਾ। ਮੇਰੇ ਦੋਸਤ ਨੇ ਜੇਲ੍ਹ ਵਿੱਚ ਮੇਰਾ ਬਹੁਤ ਖਿਆਲ ਰੱਖਿਆ ਅਤੇ ਉਸ ਨੇ ਮੈਨੂੰ ਉਦੋਂ ਤੱਕ ਜੇਲ੍ਹ ਵਿੱਚੋਂ ਬਾਹਰ ਨਹੀਂ ਆਉਣ ਦਿੱਤਾ ਜਦੋਂ ਤੱਕ ਮੇਰਾ ਦੋਸਤ ਤੁਹਾਡੇ ਭਰਾਵਾਂ ਨੂੰ ਨਹੀਂ ਫੜਿਆ, ਕਿਉਂਕਿ ਮੇਰੇ ਲਈ ਜੇਲ੍ਹ ਹੀ ਇੱਕੋ ਇੱਕ ਸੁਰੱਖਿਅਤ ਥਾਂ ਸੀ ਜਿੱਥੇ ਮੈਂ ਬਿਲਕੁਲ ਸੁਰੱਖਿਅਤ ਸੀ। ਹੁਣ ਤੁਹਾਡੇ ਭਰਾਵਾਂ ਨੂੰ ਜੇਲ੍ਹ ਹੋ ਗਈ ਹੈ ਅਤੇ ਮੈਂ ਤੁਹਾਡੇ ਸਾਹਮਣੇ ਆਇਆ ਹਾਂ। ਇਹ ਸਭ ਤੁਹਾਡੇ ਭਰਾਵਾਂ ਨੇ ਕੀਤਾ ਸੀ, ਪਰ ਮੈਂ ਖੁਸ਼ਕਿਸਮਤ ਸੀ ਕਿ ਮੇਰੇ ਦੋਸਤ ਨੇ ਮੈਨੂੰ ਆਪਣੇ ਹੀ ਥਾਣੇ ਵਿੱਚ ਜਗ੍ਹਾ ਦਿੱਤੀ। ਮੈਂ ਅਭਿਸ਼ੇਕ ਨੂੰ ਕਿਹਾ ਕਿ ਇੱਕ ਸਵਾਲ ਅਜੇ ਵੀ ਮੇਰੇ ਦਿਮਾਗ ਵਿੱਚ ਘੁੰਮ ਰਿਹਾ ਹੈ, ਆਖਰ ਬੰਸ਼ ਸਵੇਰੇ ਸਵੇਰੇ ਕਿੱਥੇ ਚਲਾ ਜਾਂਦਾ ਸੀ। ਫਿਰ ਸਾਹਿਬ ਕਹਿਣ ਲੱਗੇ, ਭਾਬੀ ਮੈਨੂੰ ਮਾਫ ਕਰ ਦਿਓ, ਉਹ ਮੇਰਾ ਪੁੱਤਰ ਹੈ, ਇਸੇ ਲਈ ਮੈਂ ਤੁਹਾਨੂੰ ਇੱਥੇ ਲਿਆਇਆ ਹਾਂ। ਮੇਰੀ ਪਤਨੀ ਨਹੀਂ ਹੈ ਅਤੇ ਮੇਰੇ ਪੁੱਤਰ ਨੂੰ ਮਾਂ ਦੀ ਲੋੜ ਹੈ। ਤੁਹਾਡੇ ਆਉਣ ਤੋਂ ਇੱਕ ਹਫ਼ਤਾ ਪਹਿਲਾਂ ਮੇਰੀ ਪਤਨੀ ਦੀ ਮੌਤ ਹੋ ਗਈ ਸੀ। ਉਹ ਬਹੁਤ ਬਿਮਾਰ ਸੀ ਅਤੇ ਉਸਦਾ ਇੱਕ ਹਫ਼ਤੇ ਤੋਂ ਰੋ ਕੇ ਬੁਰਾ ਹਾਲ ਸੀ, ਕਿਉਂਕਿ ਉਹ ਆਪਣੀ ਮਾਂ ਨਾਲ ਹੀ ਸੌਂਦਾ ਸੀ। ਜਦੋਂ ਮੈਂ ਤੁਹਾਨੂੰ ਇੱਥੇ ਲਿਆਇਆ, ਮੈਂ ਸੋਚਿਆ ਕਿ ਮੈਨੂੰ ਨਹੀਂ ਪਤਾ ਕਿ ਮੇਰਾ ਪੁੱਤਰ ਤੁਹਾਨੂੰ ਆਪਣੀ ਮਾਂ ਸਮਝੇਗਾ ਜਾਂ ਨਹੀਂ। ਜੇ ਤੁਸੀਂ ਉਸ ਨੂੰ ਪਿਆਰ ਨਾਲ ਸਵਾਉਂਦੇ ਤਾਂ ਕੀ ਉਹ ਸੌਵੇਗਾ ਜਾਂ ਨਹੀਂ, ਪਰ ਪਹਿਲੇ ਦਿਨ ਹੀ ਮੇਰਾ ਪੁੱਤਰ ਤੈਨੂੰ ਮਾਂ ਸਮਝ ਕੇ ਸੌਂ ਗਿਆ। ਸਵੇਰੇ ਮੇਰਾ ਬੇਟਾ ਬੋਰਡਿੰਗ ਸਕੂਲ ਜਾਂਦਾ ਹੈ ਅਤੇ ਸ਼ਾਮ ਨੂੰ ਵਾਪਸ ਆਉਂਦਾ ਹੈ। ਮੇਰੀ ਪਤਨੀ ਬਿਮਾਰ ਸੀ, ਇਸ ਲਈ ਮੈਂ ਉਸ ਨੂੰ ਧਿਆਨ ਹਟਾਉਣ ਲਈ ਉਸ ਨੂੰ ਬੋਰਡਿੰਗ ਸਕੂਲ ਭੇਜ ਦਿੱਤਾ ਅਤੇ ਮੈਂ ਉਸ ਨੂੰ ਰਾਤ ਨੂੰ ਘਰ ਲੈ ਆਉਂਦਾ ਸੀ। ਮੈਂ ਉਸ ਨੂੰ ਸਵੇਰੇ ਸਵੇਰੇ ਸਕੂਲ ਭੇਜਦਾ ਸੀ, ਪਰ ਤੂੰ ਮੇਰੇ ਬੰਸ਼ ਦਾ ਬਹੁਤ ਖਿਆਲ ਰੱਖਿਆ। ਮੈਂ ਤੁਹਾਡਾ ਕਰਜ਼ਦਾਰ ਹਾਂ। ਅਭਿਸ਼ੇਕ ਆਪਣੇ ਦੋਸਤ ਨੂੰ ਕਹਿਣ ਲੱਗਾ ਕਿ ਤੂੰ ਵੀ ਸਾਡਾ ਬਹੁਤ ਸਾਥ ਦਿੱਤਾ। ਤੁਹਾਡੇ ਕਾਰਨ ਹੀ ਅੱਜ ਅਸੀਂ ਪਤੀ ਪਤਨੀ ਇੱਕ ਦੂਜੇ ਨੂੰ ਮਿਲ ਸਕੇ ਹਾਂ। ਹੁਣ ਅਸੀਂ ਦੋਵੇਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ। ਮੇਰੇ ਪਤੀ ਨੂੰ ਨੌਕਰੀ ਮਿਲ ਗਈ ਅਤੇ ਅਸੀਂ ਸਾਹਿਬ ਦੇ ਘਰ ਰਹਿੰਦੇ ਹਾਂ। ਸਰ ਨੇ ਕਿਹਾ ਕਿ ਮੈਂ ਉਸ ਦੇ ਬੇਟੇ ਦੀ ਪਰਵਰਿਸ਼ ਉਸੇ ਤਰ੍ਹਾਂ ਕਰਾਂ ਜਿਵੇਂ ਮੈਂ ਕਰਦੀ ਸੀ, ਕਿਉਂਕਿ ਬੰਸ਼ ਦਾ ਮੇਰੇ ਨਾਲ ਬਹੁਤ ਲਗਾਅ ਹੋ ਗਿਆ ਸੀ ਅਤੇ ਮੈਂ ਹਮੇਸ਼ਾ ਬੰਸ਼ ਨੂੰ ਮਾਂ ਵਾਂਗ ਪਿਆਰ ਕੀਤਾ ਸੀ। ਇਸੇ ਲਈ ਅਸੀਂ ਉਸ ਦੇ ਘਰ ਰਹਿੰਦੇ ਸੀ। ਮੈਂ ਅਭਿਸ਼ੇਕ ਦੇ ਨਾਲ ਦੁਬਾਰਾ ਆ ਕੇ ਬਹੁਤ ਖੁਸ਼ ਸੀ। ਮੇਰੀ ਜ਼ਿੰਦਗੀ ਤੋਂ ਸਾਰੀਆਂ ਮੁਸ਼ਕਲਾਂ ਦੂਰ ਹੋ ਗਈਆਂ ਸਨ, ਪਰ ਮੇਰੇ ਭਰਾਵਾਂ ਨੇ ਜੋ ਕੀਤਾ ਉਹ ਮਾਫ ਨਹੀਂ ਕੀਤਾ ਜਾ ਸਕਦਾ ਸੀ। ਉਸ ਕਾਰਨ ਮੈਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅੱਜ ਮੇਰਾ ਭਰਾ ਜੇਲ੍ਹ ਵਿੱਚ ਹੈ ਅਤੇ ਹੁਣ ਉਸ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ। ਇੱਕ ਦਿਨ ਮੈਂ ਉਸ ਨੂੰ ਜੇਲ੍ਹ ਵਿੱਚ ਮਿਲਣ ਗਈ। ਭਰਾ ਨੇ ਮੇਰੇ ਤੋਂ ਮਾਫੀ ਮੰਗੀ ਅਤੇ ਅਭਿਸ਼ੇਕ ਤੋਂ ਵੀ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ। ਅਸੀਂ ਉਹਨਾਂ ਨੂੰ ਮਾਫ ਕਰ ਦਿੱਤਾ ਸੀ। ਮੈਂ ਆਪਣੇ ਭਰਾ ਨੂੰ ਕਿਹਾ, ਮੈਂ ਤੁਹਾਨੂੰ ਇੱਕ ਸ਼ਰਤ ਤੇ ਮਾਫ ਕਰਾਂਗੀ। ਹੁਣ ਤੁਸੀਂ ਸਾਨੂੰ ਜੀਣ ਦਿਓ। ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਖੁਸ਼ ਹਾਂ ਕਿ ਤੁਸੀਂ ਕਦੇ ਸਾਡੀ ਜ਼ਿੰਦਗੀ ਵਿੱਚ ਦਖਲ ਨਹੀਂ ਦਿਓਗੇ। ਭਰਾ ਨੇ ਇਹ ਵੀ ਕਿਹਾ ਕਿ ਮੈਂ ਆਪਣੀ ਭੈਣ ਨੂੰ ਖੁਸ਼ ਦੇਖਣਾ ਚਾਹੁੰਦਾ ਸੀ। ਜੇਕਰ ਤੁਸੀਂ ਅਭਿਸ਼ੇਕ ਤੋਂ ਖੁਸ਼ ਹੋ ਤਾਂ ਮੇਰੇ ਲਈ ਇਹ ਕਾਫੀ ਹੈ। ਹੁਣ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਹੈ ਅਤੇ ਮੈਂ ਆਪਣੀ ਜ਼ਿੰਦਗੀ ਖੁਸ਼ੀ ਨਾਲ ਜੀ ਰਿਹਾ। ਦੋਸਤੋ, ਮੈਨੂੰ ਉਮੀਦ ਹੈ ਕਿ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਹੋਵੇਗੀ। ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਹਾਂ, ਕਿਰਪਾ ਕਰਕੇ ਨੋਟੀਫਿਕੇਸ਼ਨ ਬੈਲ ਨੂੰ ਦਬਾਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਸਭ ਤੋਂ ਪਹਿਲਾਂ ਮਿਲ ਸਕੇ। ਧੰਨਵਾਦ।